KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:26 ਹੋਏ ਨੇ ਤੇ 17 ਮਈ ਦਾ ਦਿਨ ਹੈ, ਵਰਾ 2021 ਦਾ ਸੋਮਵਾਰ ਹੈ। ਜੇਠ ਹੋ ਗਿਆ 4, ਨਾਨਕ ਸ਼ੇ ਸੰਮਤ ਹੋ ਗਈ 553। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ 20ਵੀਂ ਸਦੀ ਦੀ ਸਿੱਖ ਰਾਜਨੀਤੀ ਦੇ ਤਹਿਤ 1947 ਤੋਂ 1984 ਦੇ ਸਮੇਂ ਦੀ, ਪਹਿਲਾਂ 1947 ਤੱਕ ਗੋਰਿਆਂ ਨਾਲ ਲੜਾਈ ਤੇ ਉਸ ਤੋਂ ਅੱਗੇ ਹੁਣ 47 ਤੋਂ 84 ਦਾ ਸਮਾਂ, ਵੀ ਕਿਹੜੇ ਕਿਹੜੇ ਅਸਲ ਕਹਾਣੀ ਇਹ ਸਾਰੇ ਇੱਕ ਮਹੀਨੇ ਦਾ ਜਿਹੜਾ ਤੁਹਾਡੇ ਸੈਗਮੈਂਟ ਕਰ ਰਿਹਾ ਉਹ ਇਹ ਹੈ ਕਿ ਹਵਾ 'ਚ ਨੇ ਗੱਲਾਂ, ਆ ਹੋਇਆ, ਆ ਵਾਅਦੇ ਹੋਏ, ਇੱਥੋਂ ਮੁੱਕਰ ਗਏ, ਆ ਕੋਈ ਕਹਾਣੀ, ਕੋਈ ਤੱਥ, ਕੋਈ ਕਾਗਜ਼, ਕੋਈ ਪੱਤਰ, ਕੁਛ ਕੀ ਹੈ। ਇਹਦੇ ਬਾਰੇ ਮੈਂ ਤੁਹਾਡੇ ਨਾਲ ਵੀ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਪਹੁੰਚਾਉਣੀ ਚਾਹੁੰਦਾ ਵੀ ਹੈ ਕੀ ਅਸਲ ਕਹਾਣੀ ਕੀ ਸੀ। ਫਿਰ ਤੁਸੀਂ ਆਪਣਾ ਮੁਲਾਂਕਣ ਕਰਿਓ, ਐਟਲੀਸਟ ਸਾਨੂੰ ਪਤਾ ਹੋ, ਸਾਡੇ ਕੋਲ ਇਨਫੋਰਮੇਸ਼ਨ ਹੋਏਗੀ ਵੀ ਇਹ ਕੀ ਹੈ, ਕਿਸ ਤਰ੍ਹਾਂ ਇਹ ਕੰਮ ਹੋਇਆ, ਕਿਸ ਤਰ੍ਹਾਂ ਅੱਗੇ ਚੱਲੇਗਾ, ਕੀ ਕੀ ਚੱਲ ਰਿਹਾ। ਸੋ ਇਹ ਗੱਲਬਾਤ ਹੋਏਗੀ। ਅੱਜ ਆਪਾਂ 10 ਮਿੰਟ ਪਹਿਲਾਂ ਪ੍ਰੋਗਰਾਮ ਸ਼ੁਰੂ ਕੀਤਾ, ਉਸ ਤੋਂ ਬਾਅਦ ਅੱਜ ਗੱਲਬਾਤ ਤੁਹਾਡੇ ਨਾਲ ਹੋਣੀ ਹੈ। ਅੱਜ CBC ਨੇ ਵੱਡੀ ਖਬਰ ਛਾਪੀ ਹੈ ਲੰਬਰ ਦੀਆਂ ਕੀਮਤਾਂ ਦਾ। ਲੰਬਰ ਦੀਆਂ ਕੀਮਤਾਂ ਤੇ ਲੰਬਰ ਦੀ ਹੁੰਦੀ ਚੋਰੀ ਘਰਾਂ ਤੋਂ, ਇਹਦਾ ਕੀ ਕੀਤਾ ਜਾਵੇ। ਕਹਾਣੀ ਇੱਕ ਸਾਡੇ ਵੱਡੇ ਕੋਈ ਬਿਲਡਰ ਨੇ, ਜਿਵੇਂ ਨਾਂ ਤੋਂ ਤਾਂ ਪਤਾ ਲੱਗਾ, ਆਕਾਸ਼ ਬਿਲਡਰਜ਼ ਐਡਮਿੰਟਨ ਦੇ, ਉਸ ਖਬਰ ਤੇ ਉਹਦੇ ਮੈਨੇਜਰ ਨਾਲ ਗੱਲਬਾਤ ਕੀਤੀ ਤੇ 2x4 ਦਾ ਖਰਚਾ ਘਰ ਦੇ ਵਿੱਚ ਡਿਊਪਲੈਕਸ ਦਾ ਫਰੇਮਿੰਗ ਦਾ ਕਿੰਨਾ ਵੱਧ ਗਿਆ, ਉਹ ਕੀਮਤ ਕਿਹਦੇ ਤੇ ਜਾਣੀ, ਉਹਦੇ ਲਈ ਸਰਕਾਰਾਂ ਦਾ ਕੀ ਸੀ। ਜਦ ਮਿੱਲਾਂ ਬੰਦ ਹੋਣ ਲੱਗੀਆਂ, ਪਾਈਨ ਬੀਟਲ ਨੇ ਜਦ ਲੰਬਰ ਸਾਡੀ ਖਤਮ ਕਰ ਦਿੱਤੀ, ਲੌਗਿੰਗ ਦਾ ਕੰਮ ਖਤਮ ਹੋ ਗਿਆ, ਅੱਗਾਂ ਨੇ, ਜੰਗਲੀ ਅੱਗਾਂ ਨੇ ਸਾਡਾ ਬੁਰਾ ਹਾਲ ਕਰ ਦਿੱਤਾ BC ਦੇ ਵਿੱਚ ਖਾਸ ਤੌਰ ਤੇ ਪੈਂਡੈਮਿਕ ਨੇ ਉਸ ਤੇ ਕੀ ਅਸਰ ਪਾਇਆ। ਡਿਊਪਲੈਕਸ ਇੱਕ ਜਿਹੜਾ 25,000 ਚ ਫਰੇਮ ਹੁੰਦਾ ਸੀ ਐਡਮਿੰਟਨ ਦੇ ਵਿੱਚ, ਅੱਜ ਉਹ 80,000 ਚ ਹੋ ਰਿਹਾ। ਕਿਹਨੇ ਦੇਣੇ ਨੇ ਇਹ $55,000? ਗਾਹਕ ਨੇ। ਪਰ ਉੱਥੇ ਚਲੋ ਫੇਰ ਵੀ ਕੀਮਤਾਂ ਸੂਤ ਨੇ। ਇੱਥੇ ਜਿੱਥੇ ਪਹਿਲਾਂ ਹੀ ਨਾਸੀ ਧੂਆਂ ਲੈਂਦਾ ਪਿਆ, ਕਿੱਧਰ ਨੂੰ ਜਾਣਗੇ। ਹੁਣ ਇੱਕ ਮੈਂ ਹੋਰ ਚੀਜ਼ ਵੇਖੀ ਪਿਛਲੇ ਦਿਨੀ ਕਿ ਪ੍ਰੀਕਾਸਟ ਜਿਹੜੇ ਕੰਕਰੀਟ ਦੇ ਨਾਲੋਂ ਵੀ ਜਿਹੜਾ ਸਟਰਕਚਰ ਆ ਘਰ ਦਾ, ਉਹ ਆਇਰਨ ਦਾ, ਲੋਹੇ ਦਾ ਸ਼ੁਰੂ ਕਰ ਦਿੱਤਾ। ਸਟੀਲ ਸਟਰਕਚਰ ਸ਼ੁਰੂ ਹੋ ਗਿਆ। ਮੈਨੂੰ ਫੋਟੋ ਵੀ ਭੇਜੀ, ਘਰ ਵੀ ਬਣਨੇ ਇੱਥੇ ਸ਼ੁਰੂ ਹੋ ਗਏ। ਤੇ ਉਸ ਤੇ ਅੱਜ ਗੱਲਬਾਤ ਕਰਾਂਗੇ। ਜਿਹੜੇ ਘਰ ਬਣਾਉਂਦੇ ਨੇ, ਤਜਰਬੇ ਵਾਲੇ ਨੇ, ਉਹ ਪਲੀਜ਼ ਕਾਲ ਇਨ ਕਰਿਓ, ਦੱਸਿਓ ਕਿ ਕੀ ਕੀ ਕਰ ਸਕਦੇ ਆ। ਕੀ ਲੰਬਰ ਦਾ ਅਲਟਰਨੇਟਿਵ ਕੀ ਹੈ। ਸਟੀਲ ਸਟਰਕਚਰ ਘਰਾਂ ਦੇ ਲਈ ਲਾਹੇਵੰਦ ਹੈ ਜਾਂ ਪ੍ਰੀ ਸਟ੍ਰੈਸ ਟੈਕਨੋਲੋਜੀ ਦੇ ਵਿੱਚ, ਜਿੱਥੇ ਕੰਕਰੀਟ ਪ੍ਰੀਕਾਸਟ ਕਰਕੇ ਕੰਕਰੀਟ ਦੀਆਂ ਕੰਧਾਂ ਜਿਹੜੀਆਂ ਜਿਵੇਂ ਆਪਣੇ ਕਮਰਸ਼ੀਅਲ ਚ ਹੁੰਦੀਆਂ ਨੇ, ਕੀ ਉਹ ਫੀਜ਼ੇਬਲ ਨੇ। ਪਰ ਸਟੀਲ ਸਟਰਕਚਰ ਵਾਲਾ ਤਾਂ ਮੈਂ ਘਰ ਵੇਖਿਆ, ਮੈਨੂੰ ਪਿਕਚਰ ਭੇਜੀਆਂ ਸਾਡੇ ਰਣਜੀਤ ਸਿੰਘ ਸੰਧੂ ਨੇ, ਬਿਲਡਰ ਨੇ, ਤੇ ਉਹ ਕਹਿੰਦੇ ਦੇਖੋ ਜੀ ਸਟੀਲ ਸਟਰਕਚਰ ਸ਼ੁਰੂ ਹੋ ਗਿਆ। ਅਗਲੇ ਘੰਟੇ 'ਚ ਇਹ ਗੱਲਬਾਤ ਹੋਏਗੀ ਤੇ ਗੈਂਗ ਦੇ ਹਿੰਸਾ ਦੇ ਬਾਰੇ ਵੀ ਟੱਚ ਕਰਾਂਗਾ। ਕੋਈ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਫੋਟੋਆਂ ਜਾਰੀ ਕੀਤੀਆਂ, ਚੋਂ 4 ਆਪਣੇ ਨੇ, 2 ਧਾਲੀਵਾਲ ਨੇ, 2 ਦਿਓ ਲਾਸਟ ਨੇਮ, ਤੇ ਉਸ ਦੇ ਬਾਰੇ ਗੱਲਬਾਤ ਹੋਏਗੀ ਕਿ ਕੀ ਇਹ ਪਿਕਚਰਸ ਨੇ ਜਿਹੜੀਆਂ ਜਨਤਕ ਕੀਤੀਆਂ, ਪੁਲਿਸ ਇਸ ਦੇ ਵਿੱਚੋਂ ਹੁੱਕ ਤੋਂ ਬਾਹਰ ਹੋ ਜਾਂਦੀ ਵੀ ਕੱਲ ਨੂੰ ਇਹ ਗੋਲੀ ਚਲਾਉਣ, ਬੰਦੇ ਮਾਰਨ, ਸਾਡੇ ਵੱਲ ਨੂੰ ਨਾ ਆਵੇ ਲੋਕ। ਆਓ ਜੀ ਆਹ ਪਿਕਚਰਾਂ ਨੇ, ਕਿਹੜਾ ਲੱਭੂਗਾ ਵੀ ਆਹ ਧਾਲੀਵਾਲ ਭਰਾ ਬੈਠੇ ਨੇ ਜੀ, ਇਹਨਾਂ ਦੇ ਕੋਲ, ਕਿਹਨੂੰ ਪਤਾ ਉਹਨਾਂ ਦੀਆਂ ਪਿਕਚਰ। ਕਿਹੜਾ ਲੱਭੂਗਾ ਵੀ ਆਹ 6 ਨੇ ਜਿਹੜੇ ਇਹਨਾਂ ਦੇ ਕੋਲ ਨਹੀਂ ਬੜਾ। ਇਹ ਸਭ ਮੇਰੇ ਹਿਸਾਬ ਦੇ ਨਾਲ ਇਹ ਜੱਕੜਾਂ ਨੇ, ਕਿਸੇ ਪਾਸੇ ਨਹੀਂ ਜਾਂਦੀਆਂ। 144 247 1550 184424715550 ਔਨ 에ਅਰ ਨੰਬਰ ਹੈ। ਲੋਕ ਸੱਤ ਨੂੰ YouTube ਤੇ ਪਾਓਗੇ LOKSATTH ਤਾਂ ਸਾਰੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਲੋਕ ਸੱਤ ਦੇ YouTube ਤੇ ਜਾਵੋਗੇ, 115 ਦੇ ਕਰੀਬ ਕਹਾਣੀਆਂ ਪਈਆਂ ਨੇ ਜਿਹੜੀਆਂ ਪੋਡਕਾਸਟ ਦੇ ਵਿੱਚ, 115 ਕਹਾਣੀਆਂ ਪਈਆਂ। ਉਹ ਕਹਾਣੀਆਂ ਕਦੇ ਵੀ ਤੁਸੀਂ ਸੁਣਨੀਆਂ ਨੇ, ਐਨ ਤਰਤੀਬ ਕਰਕੇ ਪਾ ਦਿੱਤੀਆਂ। ਪਵਨ ਦਾ ਧੰਨਵਾਦ ਹੈ। ਪੂਰੀਆਂ ਕਹਾਣੀਆਂ ਹੀ ਨੇ ਥੱਲੇ। ਪਰ ਲੋਕ ਸੱਤ YouTube ਦੇ ਚੈਨਲ ਤੇ ਜਾਣਾ, ਤੁਸੀਂ ਲੋਕ ਸੱਤ ਨੂੰ ਜੇ ਕਲਿੱਕ ਕਰੋਗੇ, ਸਬਸਕ੍ਰਾਈਬ ਵੀ ਕਰ ਲਿਆ ਕਰੋ, ਤੇ ਉੱਥੇ ਥੱਲੇ ਜਾ ਕੇ ਕਹਾਣੀਆਂ ਸਾਰੀਆਂ ਹੁਣ ਤੱਕ ਦੀਆਂ 115 ਕਹਾਣੀਆਂ ਲਗਭਗ ਪਿਛਲੇ 3 ਸਾਲਾਂ ਦੀਆਂ ਸਭ ਸਾਂਭੀਆਂ ਪਈਆਂ ਨੇ। ਕਹਿਣ ਦੀਵੇ ਜਗਣ ਨਾ ਸੱਪਾਂ ਦੇ ਕੋਲੋਂ, ਪਰ ਲੁਕੇ ਸੱਪਾਂ ਨੂੰ ਦੀਵੇ ਲੈਣ ਟੋਲ। ਕੰਮ ਸੱਪਾਂ ਦਾ ਸਦਾ ਹੈ ਡੰਗਣਾ, ਕੰਮ ਡੰਡੇ ਦਾ ਹੈ ਸਿਰੀਆਂ ਭੰਨਣਾ। ਦੇਖ ਲਵੀਂ ਤੇਰੀ ਗੁਲਾਮੀ ਤੋਰ ਹੈ, ਤੇਰੀ ਨਗਰੀ ਵਿੱਚ ਹਨੇਰਾ ਘੋਰ ਹੈ। ਦੇਖ ਲੈ ਤੇਰੀ ਆਜ਼ਾਦੀ ਕਹਿਣ ਦੀ, ਵਲਗਣਾ ਦੇ ਵਿੱਚ ਵਲ ਕੇ ਰਹਿਣ ਦੀ, ਲਹੂ ਡੁੱਲੇ ਬਿਨਾਂ
लियांदी देख लई अर्थी निया दी देख लई खंभ ला के कां दा ना बनना मोर है तेरी नगरी विच हनेरा घोर है। कोट रेते दे उसारण वालिया हवा विच तलवारां मारन वालिया सूरजां नूं दाग लावण वालिया नाल समय दे फाहियां पावण वालिया तेरी अपनी उम्र कच्ची डो है तेरी नगरी विच हनेरा घोर है। हुण तेरी चितराई पुग सकनी ने हत्थां उत्ते सरों उग सकनी नहीं धुंद माया दी ने हुण रहना नहीं लोकता दे जबर हुण सहना नहीं लोकता ने जबर हुण सहना नहीं धरतो आकाश दी करशोर है तेरी नगरी विच हनेरा घोर है। साडी नगरी जिंदा गुटकण निक्खियां साडी नगरी जिंदा गुटकण निक्कियां तेरी नगरी होण छुरियां तिखियां साडी मंजिल है भविखां तो परे तेरी मंजिल जुगड़े बीत होए तेरी मंजिल जुगड़े बीत होए राह साडा होर तेरा होर है तेरी नगरी विच हनेरा घोर है तेरी नगरी विच हनेरा घोर है। सरदार संतोख सिंह धीर लिखदे हैं। तो जी अगला अध्याय जिहड़ा मैं शुरू करना तुहाडे नाल वो ये है कि 1947 तो 1978 का जिहड़ा पहला समा 15 अगस्त नूं भारत की आज़ादी का ऐलान हो गया। हिंदू बहु वसों ते मुस्लिम बहु वसों वाले नूं अलग अलग आजाद राज्यां तकसीम करता। सिख आगूआं ने कुदरती झुकाअ ते सिख कौम की होनी हिंदू बहु वसों वाले राज भारत नाल संजोग करने का काम कर लिया। ते असलीयत च सिख लीडरशिप के अंदर जिहड़े नैशनलिस्ट सी ढिड्डों जिहड़े देश नूं प्यार करने वाले ते जिहड़े आगू सी वो सिख राज दे हामी नहीं सी। उन्हां च खोट सी पढ़ाई की कमी ला लो जां कईयां दा मन हुंदा भी नहीं असीं ये चीज़ नहीं सरदारी सानू नहीं पाउंदी। कुछ थी 5-7 जने सी 8 जने सी कुछ गर्म सी तलवार दे मुठे ते लिजाण वाले हत्थ कुछ साऊ इन्ने सी उन्हां दी अखां दी झिमड़ियां थल्ले नूं ही रहिंदियां ते बागरू करी जांदे सी किसे पासे नहीं सी लगदे। ते ज्यादा क्योंकि बरतानवी हाकमां दे थल्ले बरतानवी हाकमां दा जोर 49 तो बाद पंजाब दे विच उन्हां दा ते पंजाब दे विच बंदियां नूं डोमीनेट करना पढ़ाई इहो जी करनी देश भगती दा पास पढ़ाउणा फौज च लै जाना ਜਿਹੜੀ ਬਾਗੀਆਂ ਦਾ ਸੁਰ ਸੀ ਉਹਨੂੰ ਦੱਬ ਦੇਣਾ ਨਿਊਟਰਲਾਈਜ਼ ਕਰ ਦੇਣਾ। ਤੇ ਉਹ ਹਾਲਾਂਕਿ ਸ਼ੁਰੂਆਤ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਮੈਂ ਬਹੁਤ ਵਾਰ ਪਿਛਲੇ 15 ਦਿਨ ਚ ਗੱਲ ਕੀਤੀ ਬਹੁਤ ਗਰਮੈਸ਼ ਤੇ ਜਿਹੜੇ ਨੈਸ਼ਨਲਿਸਟ ਸਿੱਖ ਆਗੂ ਸੀ ਉਹਨਾਂ ਦੇ ਕੁਝ ਮਤਲਬ ਸਭ ਦਾ ਉਦੋਂ ਦਾ ਜਿਹੜਾ ਸਰਗਣਾ ਮੇਨ ਸੀ ਉਹ ਬਲਦੇਵ ਸਿੰਘ ਸੀ। ਉਹਦਾ ਆਪਣਾ ਹੀ ਇਸ਼ੂ ਸੀ ਉਹਨੂੰ ਆਪਣੀਆਂ ਮਿੱਲਾਂ ਆਪਣਾ ਹੁਣ ਜਿਹੜਾ ਤੁਹਾਨੂੰ ਨਾ ਪੰਜਾਬ 'ਚ ਹੁਣ ਸਵਾਦ ਲੈ ਕੇ ਆਪਾਂ ਖਬਰਾਂ ਸੁਣਦੇ ਆ ਨਾ ਜਿਹੜੇ ਸਾਨੂੰ ਲੱਗਦੇ ਆ ਨਾ ਪਿਆਰੇ ਬਈ ਇਹ ਪੰਜਾਬ ਦਾ ਭਲਾ ਮੈਂ ਛੱਡੇ ਗੱਲ ਦਿਓ ਕੋਈ ਪੰਜਾਬ ਦਾ ਭਲਾ ਵਾਲਾ ਨਹੀਂ ਉੱਥੇ ਤੁਰਿਆ ਫਿਰਦਾ ਉਹ ਸਭ ਆਪ ਲਈ ਉਹ ਫਿਰਦੇ ਨੇ ਨਿੱਜ ਲਈ ਫਿਰਦੇ ਨੇ ਅੰਦਰ ਵਾੜ ਕੇ ਜਿਹਨੂੰ ਮਰਜ਼ੀ ਕੁਛ ਦੇ ਲਓ। ਤੇ ਉਹ ਹੁਣ ਜਿਹੜੇ ਭੱਜੇ ਨੇ ਸ਼੍ਰੋਮਣੀ ਅਕਾਲੀ ਦਲ 'ਚ ਲੈ ਕੇ 7 ਤੋਂ 17 ਤੱਕ ਜਿਹੜੇ ਆਬਾਗੀ ਹੋਏ ਨੇ ਨਜ਼ਾਰੇ ਲੈਂਦੇ ਰਹੇ ਨੇ ਗੱਡੀਆਂ ਇਹ ਨਾ ਚਲੋ ਕਾਕਾ ਜੀ ਵੀ ਕਹਿੰਦੇ ਰਹੇ ਨੇ ਚਿੱਟੀਆਂ ਦਾੜੀਆਂ ਨੇ ਸੁਖਵੀਰ ਦੇ ਗੋਡੀ ਹੱਥ ਲਾਉਂਦੇ ਰਹੇ ਕਾਕਾ ਜੀ। ਤੇ ਜਦ ਦੇਖਿਆ ਵੀ ਹੁਣ ਵੱਲੋਂ ਪੈ ਗਈ ਉਹ ਕਹਿੰਦੇ ਚੱਲ ਅਸੀਂ ਤਾਂ ਅੱਡਾਂ ਤੁਹਾਡੇ ਤੋਂ ਦੂਜਿਆਂ ਨੇ ਕਹਿਤਾ ਵੀ ਅਗਲੀ ਵਾਰ ਭਾਜਪਾ ਵਾਲੇ ਆਉਣਗੇ ਸਾਡੇ ਵੱਲ ਨੂੰ ਆ ਖਾਲਿਸਤਾਨੀ ਤਾਂ ਸੰਧੂਰੀ ਕਰ ਲਈ ਸੰਧੂਰ ਦੇ ਰੰਗ ਵਾਲੀ ਜਿਹੜੀ ਪੂਜਾ ਨੂੰ ਸੰਧੂਰ ਚੜਾਉਂਦੇ ਆ ਉਹੋ ਜਿਹੀਆਂ ਕਰ ਲਈਆਂ ਪਤਾ ਹੀ ਨਹੀਂ ਲੱਗਿਆ। ਸਭ ਜਿਹੜੇ ਲੈ ਦਿੱਲੀ ਤੋਂ ਆਪਣੇ ਇਸ਼ੂ 'ਚ ਫਿਰਦੇ ਆ ਤੁਰੇ। ਸੇਵਾ ਸੂਬਾ ਦੀ ਤਾਂ ਕਹਾਣੀ ਐਗਜ਼ਿਸਟੈਂਸ ਜਿਹੜੀ ਸੇਵਾ ਤਾਂ 3 ਲੱਖ ਕਰੋੜ ਦਾ ਕਰਜ਼ਾ ਹੈ 3 ਲੱਖ ਕਰੋੜ। ਇਹ ਦੇਖ ਲਓ ਵੀ ਉਹ ਕਦ ਨਿਬੜਨਾ 1 ਮਿਲੀਅਨ ਨਾਲ ਅੱਜ 5 ਕਰੋੜ ਬਣਦਾ 1 ਮਿਲੀਅਨ ਨਾਲ 1 ਬਿਲੀਅਨ ਨਾਲ 5000 ਕਰੋੜ ਬਣਦਾ। ਸੋ 70 ਅਰਬ ਡਾਲਰ ਦਾ ਜਿਹੜਾ 70 ਬਿਲੀਅਨ ਡਾਲਰ ਦਾ ਕਰਜ਼ਾ ਹੈ ਸੂਬੇ ਦੇ ਸਿਰ ਤੇ ਜਿਹੜੀ ਮਰਜ਼ੀ ਆ ਜਾਵੇ। ਆ ਤੁਰੇ ਫਿਰਦੇ ਨੇ 5-7 ਜਿਹੜੇ ਹੁਣ ਥੰਮਦੇ ਆ ਨਾ ਵੀ ਮੈਂ ਆਹ ਕਰ ਦਾਂਗੇ ਇਹਨਾਂ ਨੂੰ ਕੋਈ ਬੁਰਕੀ ਅੰਦਰ ਵੜ ਕੇ ਪਾ ਦੇਵੇ ਰਾਜਾ ਪਾ ਦੇਵੇ ਸੁਖਵੀਰ ਹੋਣੀ ਪਾ ਦੇਣ ਆਮ ਆਦਮੀ ਪਾਰਟੀ ਸਭ ਇਹਨਾਂ ਦਾ ਨਿਬੜ ਇੰਜ ਤੇ ਡਮਰੂ ਵਜਾਉਣ ਵਾਲੇ ਬੰਦੇ ਸੀਐਮਸ਼ਿਪ ਵੱਲ ਵੇਖਦੇ ਆ। ਕਦੇ ਸ਼ੀਸ਼ੇ ਮੂਹਰੇ ਖੜ ਕੇ ਬੰਦਾ ਆਪਣਾ ਚਿਹਰਾ ਹੀ ਵੇਖ ਲਵੇ ਯਾਰ ਬਈ ਮੈਂ ਮਟੀਰੀਅਲ ਹੈ
मतलब अपने आप ਨੂੰ ਹੀ ਬੰਦਾ ਚੈੱਕ ਕਰ ਲਵੇ ਯਾਰ ਮੇਰੇ ਕੋਲ ਇੱਕ ਸੂਬਾ ਚਲਾਉਣ ਦੀ ਸ਼ਕਤੀ ਹੈ, ਮੇਰੇ ਕੋਲ ਪੜ੍ਹਾਈ ਹੈ, ਮੇਰੇ ਕੋਲ ਵਿਦਵਤਾ ਹੈ, ਮੇਰੇ ਕੋਲ ਗੱਲ ਕਰਨ ਦਾ ਢੰਗ ਹੈ, ਵਕਤ ਨਾਲ ਗੱਲ ਕਰਨ ਦਾ ਢੰਗ ਹੈ। ਪਰ ਹੁਣ ਮਤਲਬ ਹਰ ਇੱਕ ਨੂੰ ਲੱਗਣ ਲੱਗ ਜਾਂਦਾ ਵੀ ਮੈਂ ਥੰਮਿਆ। ਸੋ ਇਹਨਾਂ ਦਾ ਸਰਗਣਾ ਜਿਹੜਾ ਸੀ ਬਲਦੇਵ ਸਿੰਘ ਸੀ, ਉਹਦੇ ਬਾਅਦ ਹਰਨਾਮ ਸਿੰਘ ਐਡਵੋਕੇਟ, ਗੋਪਾਲ ਸਿੰਘ ਦਰਦੀ ਹੋ ਗਿਆ, ਨਰਿੰਦਰ ਸਿੰਘ ਗਿੱਲ, ਇਹ ਸ਼੍ਰੇਣੀ ਦੇ ਵਿੱਚ ਨੇ ਲੋਕ। ਅੱਛਾ ਹੁਣ ਅਨਾੜੀਪਣਾ ਨਹੀਂ ਹੈ, ਇਹਨਾਂ ਨੂੰ ਪਤਾ ਸੀ ਸਾਰਾ ਕੁਝ ਵੀ ਸਾਡਾ ਉਧਰ ਕੀ ਨਹੀਂ ਬਣਨਾ ਤੇ ਇੱਥੇ ਕੀ ਬਣਨਾ। ਉਹ ਬੰਨ ਦੋ ਜਾਂ ਬਾਇਓਗ੍ਰਾਫੀ 'ਚ ਸਾਰਿਆਂ ਨੇ ਫਿਰ ਜਾਣ ਵੇਲੇ ਰੋਏ ਨੇ, ਫਿਰ ਕੀ ਰੋਲਣਾ। ਅੱਛਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਟੇਸਟ ਦੇਣਾ ਚਾਹੁੰਦਾ ਹੈ ਕਿ ਵਿਸ਼ਵਾਸ ਜਿਹੜਾ ਸਿੱਖ ਲੀਡਰਾਂ ਨੇ ਕੀਤਾ ਤੇ 1947 ਤੋਂ ਪਹਿਲਾਂ ਕਾਂਗਰਸ ਦੇ ਲੀਡਰਾਂ ਨੇ ਕੀ ਕਿਹਾ ਜਿਹਦੇ ਕਰਕੇ ਵਿਸ਼ਵਾਸ ਕੀਤਾ। ਅਸਲ ਕਹਾਣੀ ਜਿਹੜੀ ਸੀ ਕੋਈ ਤਾਂ ਕੋਈ ਇਸ਼ੂ ਤਾਂ ਸੀ ਨਾ। ਓਕੇ, 1 ਦਸੰਬਰ 1929 ਨੂੰ ਕਾਂਗਰਸ ਪਾਰਟੀ ਦਾ ਲਾਹੌਰ ਦੇ ਵਿੱਚ ਸੈਸ਼ਨ ਹੋਇਆ। ਉਹ 'ਚ ਮਤਾ ਪਤਾ ਕੀ ਪ੍ਰਵਾਨ ਕੀਤਾ ਗਿਆ? ਇਹ ਕਾਂਗਰਸ ਪਾਰਟੀ ਸਿੱਖ, ਮੁਸਲਮਾਨਾਂ ਤੇ ਹੋਰ ਨਾ ਘੱਟ ਗਿਣਤੀਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਭਾਰਤ ਦੇ ਕਿਸੇ ਵੀ ਸੰਵਿਧਾਨ ਵਿੱਚ ਕਾਂਗਰਸ ਨੂੰ ਇਹ ਕੋਈ ਹੱਲ ਮਨਜ਼ੂਰ ਨਹੀਂ ਹੋਵੇਗਾ ਜੇ ਸੰਬੰਧਿਤ ਧਿਰਾਂ ਦੀ ਪੂਰਨ ਤਸੱਲੀ ਨਾ ਕਰਾਉਂਦਾ ਹੋ। ਇਹ 29 ਦੀ ਗੱਲ ਹੈ। ਉਹ ਕਹਿੰਦਾ ਜਿਵੇਂ ਜਨਾਹ ਕਹਿੰਦਾ ਜੀ, ਕਹਿੰਦਾ ਗੁਲਾਮ ਇਹ ਦੇਖੇ ਨੇ ਜਿੱਦਣ ਆਜ਼ਾਦ ਹੋਣਗੇ ਨਾ ਤੈਨੂੰ ਦੱਸਣਗੇ ਗਾਂਧੀ, ਨਹਿਰੂ। ਤਾਰਾ ਸਿੰਘ ਨੂੰ ਉਹਨੇ 20 ਵਾਰ ਕਿਹਾ, ਉਹ ਨਾ ਤੇਰੇ ਨਾਲ ਨਹੀਂ ਅਸੀਂ ਆਉਣਾ, ਸਾਡੇ ਗੁਰੂਆਂ ਨੂੰ, ਬੱਚਿਆਂ ਨੂੰ, ਸਾਡੇ ਗੁਰੂਆਂ। ਮੁਸਲਮਾਨ ਦੇ ਵਿੱਚੋਂ ਰਾਜਿਆਂ ਨੂੰ ਵੇਖ ਰਿਹਾ ਪਰਜਾ, ਜਿਹੜੇ ਤੁਹਾਡੇ ਵਰਗੇ ਇੱਕ ਖੁਰਪਾ ਲਈ ਬੈਠਾ, ਉਹ 'ਚ ਸਿੱਖ ਵੀ ਬੈਠਾ, ਉਹ 'ਚ ਹਿੰਦੂ ਵੀ ਬੈਠਾ, ਉਹ 'ਚ ਮੁਸਲਮਾਨ ਵੀ ਬੈਠਾ। ਖੁਰਪਾ ਕੰਮੀ ਬੰਦੇ ਦਾ ਕਿਹੜਾ ਕੰਮੀ ਬੰਦੇ ਨੂੰ ਕਿੱਥੇ ਜੋੜ ਲਓਗੇ ਤੁਸੀਂ? ਰਾਜਿਆਂ 'ਚ ਦਰਾਨੀਆਂ ਅਫਗਾਨੀਆਂ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਜਨਾਹ ਦੇ ਵਿੱਚੋਂ ਉਹ ਦਿਖਦੇ ਸੀ। 16 ਮਾਰਚ 1931 ਨੂੰ ਗਾਂਧੀ ਝੂਠਾਂ ਦੀ ਜਿਹੜੀ ਪੰਡ ਹੈ ਉਹ ਸੀਸਗੰਜ ਗੁਰਦੁਆਰਾ ਸਾਹਿਬ 'ਚ ਵਿਸ਼ੇਸ਼ ਦੀਵਾਨ 'ਚ ਗਿਆ, ਜਿੱਥੇ ਸੰਗਤਾਂ ਨੇ ਮਾਣ ਪੱਤਰ ਦਿੱਤਾ। ਉਹਦੇ ਕੋਲ ਪੁੱਛਿਆ ਵੀ ਜੇਕਰ ਕਾਂਗਰਸ ਸਿੱਖਾਂ ਨਾਲ ਕੀਤੇ ਕੌਲ ਕਰਦਾ ਤੋਂ ਮੁੱਕਰ ਗਈ ਤਾਂ ਸਿੱਖਾਂ ਦਾ ਕੀ ਬਣੂ? ਗਾਂਧੀ ਦਾ ਉੱਤਰ ਕਹਿੰਦਾ ਭਰਾਵੋ ਕਾਂਗਰਸ ਨੇ ਲਾਹੌਰ ਵਿੱਚ ਮਤਾ ਪਾਸ ਕੀਤਾ ਕਿ ਉਹ ਕੋਈ ਅਜਿਹਾ ਵਿਧਾਨ ਨਹੀਂ ਬਣਾਓ ਜਿਹੜੀ ਸਿੱਖਾਂ ਨੂੰ ਪ੍ਰਵਾਨ ਨਾ ਹੋ। ਮੈਨੂੰ ਸਮਝ ਨਹੀਂ ਇਸ ਤੋਂ ਵੱਧ ਸਿੱਖਾਂ ਨੂੰ ਹੁਣ ਮੈਂ ਕੀ ਭਰੋਸਾ ਦੇਵਾਂ। ਮੈਂ ਸਿੱਖਾਂ ਨੂੰ ਆਖਦਾ ਮੇਰੇ ਬਚਨਾਂ ਤੇ ਵਿਸ਼ਵਾਸ ਕਰਨ, ਕਾਂਗਰਸ ਦੇ ਮਤੇ ਤੇ ਭਰੋਸਾ ਰੱਖਣ। ਕਾਂਗਰਸ ਸਿੱਖ ਭਾਈਚਾਰੇ ਨਾਲ ਤਾਂ ਕੀ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸਘਾਤ ਨਹੀਂ ਕਰਦੀ ਤੇ ਉਹਨੇ ਅਜਿਹਾ ਕੀਤਾ ਤਾਂ ਆਪਣੀ ਮੌਤ ਆਪੇ ਮਰਜੂ। ਸਿੱਖ ਭਾਈਓ ਤੇ ਭੈਣੋ, ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਸ਼ੰਕੇ ਤੇ ਸੰਸ਼ੇ ਤਿਆਗ ਦਿਓ। ਇਸ ਤੋਂ ਵੱਧ ਕੀ ਕਹਾ ਮੈਂ? ਅੱਛਾ, ਇਹਦੇ ਨਾਲ ਪਰਮਾਤਮਾ ਕਹਿੰਦਾ ਸਾਖੀ ਹੈ, ਜੋ ਮੈਂ ਬਚਨ ਕਰ ਰਿਹਾ ਉਹਨਾਂ ਤੋਂ ਮੈਂ ਤੇ ਕਾਂਗਰਸ ਇੰਚ ਨਹੀਂ ਪਰਾਂ ਹਰ। ਜਵਾਹਰ ਲਾਲ ਨਹਿਰੂ 6 ਜੁਲਾਈ 1946 ਨੂੰ, ਆ ਬਹੁਤ ਜ਼ਰੂਰੀ ਹੈ, ਕਲਕੱਤਾ 'ਚ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦਾ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਲੂਕ ਦੇ ਹੱਕਦਾਰ ਨੇ। ਮੈਨੂੰ ਇਹ 'ਚ ਕੋਈ ਗਲਤ ਨਹੀਂ ਲੱਗਦੀ ਕਿ ਹਿੰਦੁਸਤਾਨ ਦੇ ਉੱਤਰ 'ਚ ਇੱਕ ਅਜਿਹਾ ਇਲਾਕਾ ਕਾਇਮ ਕੀਤਾ ਜਾਵੇ ਜਿੱਥੇ ਸਿੱਖਾਂ ਦੀ ਆਜ਼ਾਦੀ ਦਾ, ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕੇ। ਇਹ ਔਨ ਰਾਈਟਿੰਗ ਹੈ, ਰਿਟਨ ਹੈ, ਇਹ ਸਭ ਕੁਛ। 10 ਅਗਸਤ 1946 ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਬਕਾਇਦਾ ਮਤਾ ਪਾਸ ਕਰਕੇ ਸਿੱਖਾਂ ਨੂੰ ਕਿਹਾ ਕਾਂਗਰਸ ਉਹਨਾਂ ਲਈ ਵਾਜਬ ਸ਼ਿਕਾਇਤਾਂ ਨੂੰ ਦੂਰ ਕਰਨ ਤੇ ਪੰਜਾਬ ਅੰਦਰ ਉਹਨਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਢੁਕਮਿਆਂ ਪਾ ਕਰਨ ਲਈ ਹਰ ਸੰਭਵ ਯਤਨ ਕਰ। 9 ਦਸੰਬਰ 1946 ਭਾਰਤ ਦਾ ਜਦ ਵਿਧਾਨ ਤਿਆਰ ਕਰਨ ਵਾਲੀ ਪ੍ਰੀਸ਼ਦ ਦੀ ਪਹਿਲੀ ਬੈਠਕ ਦਿੱਲੀ 'ਚ ਹੋਈ, ਉਹਦੇ ਸਮੇਂ ਬਾਬੂ ਰਜਿੰਦਰ ਪ੍ਰਸਾਦ ਦੀ ਪ੍ਰਧਾਨਗੀ ਨਹਿਰੂ ਨੇ ਕੁੱਲ ਤੋਂ ਪਹਿਲਾਂ ਜੋ ਮਤਾ ਪੇਸ਼ ਕੀਤਾ ਉਹ ਇਹ ਸੀ ਵੀ ਘੱਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਸੁਰੱਖਿਆ ਲਈ ਪੂਰਨ ਪ੍ਰਬੰਧ ਨੇ। ਸਾਡਾ ਐਲਾਨ ਹੈ ਤੇ ਸਾਡਾ ਪਰਣ ਹੈ, ਸਾਡਾ ਵਚਨ ਹੈ ਕਿ ਅਸੀਂ ਸਾਰੇ ਸੰਸਾਰ ਦੇ ਸਨਮੁਖ ਹਿੰਦੁਸਤਾਨ ਦੇ ਕਰੋੜਾਂ ਨਾਗਰਿਕਾਂ ਨੂੰ ਦਿੰਦੇ ਹਾਂ। ਇਸ ਲਈ ਪਵਿੱਤਰ ਸਹੁੰ ਹੈ ਜਿਸ ਦੀ ਪਾਲਣਾ ਕਰਨਾ ਸਾਡਾ ਪਰਮ ਧਰਮ। ਰਾਜਸੀ ਅਧਿਕਾਰਾਂ ਦੀ ਸੁਰੱਖਿਆ ਲਈ ਪੂਰਨ ਪ੍ਰਬੰਧ ਕਰਾਂਗੇ। ਵਚਨ ਗੁਰੂ ਦੇ ਸਨਮੁਖ, ਮੈਂ ਰੱਬ ਦੇ ਸਨਮੁਖ। ਗਾਂਧੀ ਨੇ ਸੀਸਗੰਜ 'ਚ ਗੱਲ ਕੀਤੀ। ਹੁਣ ਨੈਸ਼ਨਲਿਸਟ ਤਾਂ ਪਹਿਲਾਂ ਹੀ ਹੁੰਦੇ ਆ, ਧੂ ਪਾਉਣ ਵਾਲੀ ਤਾਂ ਗੱਲ। ਜੇ ਤੁਸੀਂ ਇਸ ਚੀਜ਼ ਨੂੰ ਦੇਖੋ ਨਾ, ਸਭ ਤੋਂ ਵੱਡੀ ਜੇ ਅਜਾੜੇ ਦੀ ਦਾਸਤਾਨ ਕੋਈ ਹੋਰ ਪਾਰਟੀ ਉਹ ਹੈ ਨਹੀਂ ਸੀ, ਇੱਕੋ ਹੀ ਪਾਰਟੀ ਜਿਹਦਾ ਨਾਮ ਕਾਂਗਰਸ ਰੱਖ ਲਿਆ ਉਹਨਾਂ ਨੇ। ਸਿੱਖਾਂ ਦੇ ਅਜਾੜੇ ਲਈ ਸਭ ਤੋਂ ਵੱਡਾ ਜੇ ਕੰਮ ਕਿਸੇ ਪਾਰਟੀ, ਪੋਲੀਟੀਕਲ ਪਾਰਟੀ ਨੇ ਕੀਤਾ ਉਹ ਕਾਂਗਰਸ ਨੇ ਕੀਤਾ। ਬਾਕੀ ਗੱਲਾਂ ਕੋਈ ਕਰੀ ਚੱਲੋ, ਠੀਕ ਹੈ, ਬਾਕੀਆਂ ਨੇ ਵੀ ਕੀਤਾ, ਪਰ ਸ਼ੁਰੂ ਦੇ ਵਿੱਚ ਜਿਹੜਾ ਕੁਝ ਇਹਨਾਂ ਨੇ ਕੀਤਾ ਉਹਨਾਂ ਨੂੰ ਤੁਸੀਂ
ਪਰਾ ਨਹੀਂ ਕਰ ਸਕਦੇ। ਜਿਹੜਾ ਕੁਛ ਸਾਰੇ ਇਹ ਇਕੱਲਾ ਗਾਂਧੀ ਨਹੀਂ, ਬਹੁਤ ਲੀਡਰ ਸੀ ਇਹਦੇ ਜਿਹੜੇ ਚੋਂ ਕੁਛ ਕੁ ਪ੍ਰਭਾਵ ਵੀ ਰੱਖਦੇ ਸੀ ਬਈ ਅਸੀਂ ਆਹ ਤੁਹਾਨੂੰ ਕਰ ਦਿੰਦੇ ਹਾਂ, ਅਸੀਂ ਆਹ ਕਰ ਦਿੰਦੇ। ਜਦ ਉਹਨਾਂ ਨੇ ਦੇਖਿਆ ਵੀ ਤਪਸ਼ ਬਹੁਤ ਹੈ, ਵੀ ਮੁਸਲਮਾਨ ਕੌਮ ਦੇ ਨਾਲ ਸਾਤੋਂ ਧੱਕਾ ਨਹੀਂ ਹੋਣਾ, ਮੁਸਲਮਾਨਾਂ ਨੂੰ ਜਗ੍ਹਾ ਦੇਣੀ ਉਹ ਪੈਣੀ, ਆ ਦੂਜਿਆਂ ਨੂੰ ਸਾਰੇ ਸਾਡੇ ਚੋਂ ਹੀ ਨੇ, ਇਹ ਇੱਧਰ ਰੱਖ ਲੈਣ। ਅੱਛਾ, ਡਾਕਟਰ ਅੰਬੇਦਕਰ ਦਾ ਉਸ ਸਮੇਂ ਜਦ ਪੰਜਾਬ ਦਾ ਵੰਡ ਹੋਈ, ਜਦ ਪੂਰਬੀ ਪੰਜਾਬ ਦੇ ਵਿੱਚ ਬਹੁਤ ਫਰਕ ਪਿਆ ਤੇ ਪੱਛਮੀ ਪੰਜਾਬ ਦੇ ਵਿੱਚੋਂ ਉੱਤਰੀ ਪੱਛਮੀ ਸਰਹੱਦੀ ਸੂਬੇ ਦੇ ਜਿਹੜੇ ਹਿੰਦੂ ਤੇ ਸਿੱਖ ਬਸ ਨੂੰ ਘਰ-ਬਾਰ ਛੱਡ ਕੇ ਆ ਗਏ, ਕਾਫਲਿਆਂ 'ਚ ਮਜਬੂਰ ਹੋ ਗਏ, ਉੱਜੜ ਗਏ, 10 ਲੱਖ ਬੰਦਾ ਮਰ ਗਿਆ, ਹੱਥੀਂ ਟੱਬਰ ਵੱਢ ਤੇ ਖੂਹਾਂ 'ਚ ਸਿੱਟ ਤੇ। ਬਹੁਤ ਨੇ ਆ, ਮੈਂ ਹੁਣ ਗੱਲਾਂ ਕਰਦੀਆਂ, ਅੱਧਿਆਂ ਨੇ ਰੋਣਾ, ਅੱਧਿਆਂ ਨਾਲ ਹੁਣ ਫੋਨ ਖੋਲ ਦੇਣਾ 2 ਘੰਟੇ, ਉਹਨਾਂ ਨੇ ਆਹੀ ਗੱਲਾਂ ਕਰਦੀਆਂ ਨੇ ਕੀ ਹੋਇਆ। ਲੈਲਪੁਰ ਮਿੰਟ ਗੁਮਰੀ ਤੇ ਸ਼ੇਖੂਪੁਰਾ ਦੀਆਂ 12 ਚੋਂ ਜਿਹੜੇ ਪਰਿਵਾਰ ਉੱਜੜ ਕੇ ਜਲੰਧਰ ਡਿਵੀਜ਼ਨ ਤੇ ਜੱਦੀ ਜ਼ਿਲ੍ਹਿਆਂ 'ਚ ਆ ਗਏ। ਪਾਕਿਸਤਾਨ ਚੋਂ ਉਜੜੀ ਹਿੰਦੂ ਬਸੋਂ ਘੱਗਰ ਪਾਰ ਕਰਕੇ ਦਿੱਲੀ ਦੇ ਨੇੜੇ ਜਾ ਵੜੀ। ਤਾਂ ਇਹਨਾਂ ਤਬਾਦਲਿਆਂ ਦੇ ਵਿੱਚ ਹਿੰਦੂ ਤੇ ਸਿੱਖ ਦੋਨੇ ਭਾਈਚਾਰੇ ਜਿਹੜੇ ਸੀ, ਉਹਨਾਂ ਨੂੰ ਪੋਜੀਸ਼ਨ ਦੇ ਵਿੱਚ ਅਹਿਮ ਰੂਪ 'ਚ ਉਹਨਾਂ ਨੂੰ ਪ੍ਰਭਾਵਿਤ ਕੀਤਾ। ਪੂਰਬੀ ਪੰਜਾਬ ਦੀ ਚੜ੍ਹਦੇ ਦੀ ਕੁੱਲ 1 ਕਰੋੜ 25 ਲੱਖ ਬਸੋਂ ਵਿੱਚ ਹਿੰਦੂਆਂ ਦੀ ਗਿਣਤੀ 62% ਤੱਕ ਚਲੀ ਗਈ, ਸਿੱਖਾਂ ਦੀ 35% ਦੇ ਕਰੀਬ ਹੋ ਗਈ। ਹਿੰਦੂ ਵਰਗ ਨੂੰ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਅੰਦਰ ਬਹੁ ਗਿਣਤੀ ਹੋ ਗਈ ਤੇ ਨਾਲ ਹੀ ਇਤਿਹਾਸ ਅੰਦਰ ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਇੱਕ ਵੱਜਵੇਂ ਇਲਾਕੇ ਦਾ ਵੀ ਤੇ ਘੱਗਰ ਦੀ ਜਿਹੜੀ ਆਪਾਂ ਪਿਛਲੇ ਗੱਲ ਕਰਦੇ ਉਹਦੇ 'ਚ ਬਹੁ ਗਿਣਤੀ ਹਾਸਲ। ਇਹਦੇ 'ਚ ਸਿੱਖ ਕੌਮ ਨੂੰ ਜਾਨੀ ਮਾਲੀ ਦੋਨਾਂ ਦਾ ਬਹੁਤ ਵੱਡਾ ਬੇਹਿਸਾਬ ਨੁਕਸਾਨ ਝੱਲਣਾ ਪਿਆ। ਪਰ ਇਹ ਤਬਾਹੀ ਤੋਂ ਬਾਅਦ ਨਵੇਂ ਜਿਹੜੇ ਦਰ ਖੁੱਲੇ, ਉਹਦਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹਾ ਕਿ ਫਰਵਰੀ 1948 'ਚ ਜਦ ਸਿੱਖ ਡੈਪੂਟੇਸ਼ਨ ਨੇ ਬਟਵਾਰੇ ਦੀਆਂ ਮੁਸ਼ਕਲਾਂ ਦੇ ਵਿੱਚੋਂ ਜਾਣੂ ਕਰਾਉਣ ਲਈ ਡਾਕਟਰ ਅੰਬੇਦਕਰ ਨਾਲ ਗੱਲਬਾਤ ਕੀਤੀ। ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ, ਉਹਨਾਂ ਸਾਂਝੇ ਪੰਜਾਬ 'ਚ ਤੁਸੀਂ 13% ਸੀ, ਕੋਈ ਵੱਜਵੀਂ ਤੁਹਾਡੀ ਵਸੋਂ ਨਹੀਂ ਸੀ, ਤੁਹਾਨੂੰ ਦੋਨੇ ਕੌਮਾਂ ਦੇ ਰਹਿਮੋ ਕਰਮ ਤੇ ਸੀ, ਜਮਾਂਦਰੂ ਕੋਈ ਸ਼ਕਤੀ ਨਹੀਂ ਸੀ ਕੁਛ ਤੁਹਾਡੇ ਕੋਲ। ਠੀਕ ਆ, ਤੁਹਾਨੂੰ ਅੱਜ ਤੁਸੀਂ ਉੱਜੜ ਗਏ, ਪਰ ਹੁਣ ਤੁਸੀਂ ਇੱਕ ਖਿੱਤੇ 'ਚ ਬਹੁ ਗਿਣਤੀ ਆਰਥਿਕ ਤੌਰ ਤੇ ਠੀਕ ਰਹੋਗੇ। ਜੇ ਕਹਿੰਦਾ ਮੈਂ ਦੇਖ ਰਿਹਾ ਉਹਦੇ ਹਿਸਾਬ ਨਾਲ ਤੁਹਾਡਾ ਭਾਈਚਾਰਾ 12,000 ਵਰਗ ਮੀਲ ਦੇ ਇਲਾਕੇ ਵਾਲੀਆਂ 6 ਸਿੱਖ ਰਿਆਸਤਾਂ ਦੇ ਵਿੱਚ ਬਹੁ ਗਿਣਤੀ ਹਾਸਲ ਕਰ ਦਿੱਤੀ। ਜਲੰਧਰ ਡਿਵੀਜ਼ਨ ਦੇ 6 ਜ਼ਿਲ੍ਹਿਆਂ ਅੰਦਰ ਤੁਹਾਡੀ ਬਹੁ ਗਿਣਤੀ ਬਣ ਗਈ। ਜਦ ਜਬਰੀ ਤਬਾਦਲੇ ਦਾ ਅਮਲ ਪੂਰਾ ਹੋ ਜਾਣਾ ਤਾਂ 50,000 ਵਰਗ ਮੀਲ ਦੇ ਇਲਾਕੇ ਦੇ ਅੰਦਰ ਬਹੁ ਗਿਣਤੀ ਤੁਹਾਡੀ ਹੋ ਜਾਣੀ ਹੈ। ਪਿਛਲੇ 400 ਸਾਲਾਂ ਦੇ ਵਿੱਚ ਲੰਮੇ ਇਤਿਹਾਸ ਤੁਹਾਡੇ ਭਾਈਚਾਰੇ ਨੂੰ ਇਹੋ ਜਿਹਾ ਹੋਮਲੈਂਡ ਕਿਤੇ ਨਹੀਂ ਮਿਲਿਆ। ਚਾਹੇ 10 ਲੱਖ ਬੰਦਾ ਮਰ ਗਿਆ, ਉੱਜੜ ਗਏ, ਕੁਛ ਹੋ ਗਿਆ। ਇਹ ਤੁਹਾਡੇ ਕੋਲ ਇੱਕ ਧਰਮ ਹੈ ਜਿਹੜਾ ਤੁਹਾਨੂੰ ਜੋੜਦਾ। ਕੌਮੀਅਤ ਦੇ ਸਾਰੇ ਮਾਪਦੰਡ ਦੇ ਅਨੁਸਾਰ ਤੁਸੀਂ ਕੌਮ ਅਜਿਹੀ ਬਣ ਗਏ, ਤੁਹਾਡਾ ਘਰ ਆਪਣਾ ਬਣ ਗਿਆ। ਤੇ ਇਹ ਵੀ ਤੁਸੀਂ ਕਹਿੰਦੇ ਹੋ ਵੀ ਨੁਕਸਾਨ ਬਹੁਤ ਹੋ ਗਿਆ। ਇਤਿਹਾਸ ਇਹੀ ਦੱਸਦਾ ਵੀ ਕੌਮਾਂ ਨੁਕਸਾਨਾਂ ਦੇ ਵਿੱਚੋਂ ਹੀ ਆਪਣਾ ਕੁਛ ਕੱਢਦੀਆਂ। 3 ਗੱਲਾਂ ਉਹਨਾਂ ਚੋਂ ਸਪਸ਼ਟ ਹੁੰਦੀਆਂ ਉਹਨਾਂ ਦੀਆਂ ਗੱਲਾਂ ਚੋਂ ਕਿ ਇੱਕ ਤਾਂ ਜਿਹੜੀ ਉਹਨਾਂ ਦੀ ਗੱਲ ਅੰਤਰੀਵ ਸੀ ਵੀ ਸਿੱਖ ਭਾਈਚਾਰਾ ਹੁਣ ਧਾਰਮਿਕ ਘੱਟ ਗਿਣਤੀ ਨਹੀਂ, ਇੱਕ ਕੌਮੀਅਤ ਦੇ ਸਾਰੇ ਮਾਪਦੰਡਾਂ ਦੇ ਵਿੱਚ ਬੈਠਾ। ਬਹੁ ਗਿਣਤੀ ਹੋ ਗਈ, ਕੌਮ ਤੁਹਾਡੇ ਕੋਲ ਆ, ਇਲਾਕਾ ਹੋ ਗਿਆ। ਕੌਮ ਦਾ ਜਨਮ ਸਿੱਧ ਅਧਿਕਾਰ ਹੈ ਕਿ ਆਪ ਨਿਰਣੇ ਦੇ ਕੋਈ ਵੀ ਆਪੇ ਨਿਰਣੇ ਦਾ ਉਹਦੇ ਕੋਲ ਜ਼ੋਰ ਹੈ। ਹੁਣ ਡਾਕਟਰ ਅੰਬੇਦਕਰ ਨੂੰ 47-48 ਦੇ ਸਮੇਂ ਤੇ ਜਦ ਸਾਰਾ ਕੁਝ ਉੱਜੜ ਕੇ ਆ ਕੇ ਬੈਠੇ, ਉਦੋਂ ਅਗਲਾ ਕੀ ਹੋਣਾ ਇਹ ਉਹਨਾਂ ਨੂੰ ਅਨੁਮਾਨ ਨਹੀਂ ਸੀ। ਪਤਾ ਤਾਂ ਸੀ ਉਹਨਾਂ ਨੂੰ ਵੀ ਜਿਹੜੇ ਹਾਕਮ ਬੈਠੇ ਉਹਨਾਂ ਨੇ ਕੀ ਕਰਨਾ, ਪਰ ਉਹ ਜਿਹੜਾ ਸਿੱਖਾਂ ਨੂੰ ਕਹਿ ਰਿਹਾ ਉਹ ਇਸ ਤਰ੍ਹਾਂ ਕਹਿ ਰਿਹਾ, ਠੀਕ ਆ ਕੰਮ ਘਰ ਤੁਹਾਡਾ ਇਕੱਠਾ ਹੋ ਗਿਆ, ਤਕੜੇ ਹੋ ਤੁਸੀਂ, ਕਾਇਮ ਹੋ, ਹੁਣ ਤੁਹਾਨੂੰ ਕੋਈ ਔਖਾ ਨਹੀਂ। ਪਰ ਚਾਰਾਂ ਦਾ ਅੰਦਰਲਾ ਜਿਹੜਾ ਮਨ ਹੈ, ਚਾਰਾਂ ਦਾ ਜਿਹੜਾ ਸਰੀਰਕ ਰੂਪ ਹੈ, ਦਿਮਾਗੀ ਰੂਪ ਹੈ, ਚੇਤਨਤਾ ਹੈ, ਦਿਲ ਹੈ ਉਹਨਾਂ ਦਾ, ਉਹ ਮੂਹਰਲੇ ਨੂੰ ਨਾ ਪਤਾ। ਕਿਉਂਕਿ ਡਾਕਟਰ ਅੰਬੇਦਕਰ ਕਿਹੜਾ ਆਪਣੇ ਘਰਾਂ 'ਚ ਰਹਿੰਦੇ ਜਾਂ ਇਹਨਾਂ ਦੇ ਨਾਲ ਰਹਿੰਦਾ ਸੀ, ਉਹਨਾਂ ਨੂੰ ਐ ਤਾਂ ਪਤਾ ਨਹੀਂ ਸੀ। ਉਹਨਾਂ ਨੂੰ ਇਹ ਸੀ ਵੀ ਐਡੀ ਬਰਬਾਦੀ ਤੋਂ ਬਾਅਦ ਵੱਜਵੇਂ ਏਰੀਏ 'ਚ ਹੋ ਗਏ, ਤੁਸੀਂ ਐਜ਼ ਏ ਨੇਸ਼ਨ ਹੁਣ ਅੱਗੇ ਫਰਦਰ ਜਿਹੜਾ ਮੂਵ ਕਰ ਜਾਣਾ। ਵਾਅਦਾ ਕੀਤਾ ਹੈ 1920 ਦੇ ਨਾਗਪੁਰ ਦੇ ਸੈਸ਼ਨਾਂ 'ਚ ਭਾਸ਼ਾ ਦੀ ਵੀ ਗੱਲ ਹੋ ਗਈ। ਬਾਕੀ ਆ 5 ਜਗ੍ਹਾ ਤੇ ਪਹਿਲਾਂ ਕਾਂਗਰਸ ਬੋਲੀ ਹੈ ਬਈ ਹੁਣ ਤੁਸੀਂ ਇੱਕ ਵੱਜਵੇਂ ਵਸੋਂ 'ਚ ਆ ਗਏ, ਚਾਹੇ ਬਹੁਤ ਵੱਡਾ ਉਜਾੜਾ ਹੋ ਗਿਆ ਪਰ ਠੀਕ ਹੋ ਗਿਆ। ਹੁਣ
ਜਿਹੜਾ ਲਾਣਾ ਤੁਰਿਆ ਫਿਰਦਾ ਸੀ ਉਸ ਸਮੇਂ, ਉਹਨਾਂ ਦੇ ਵਿੱਚ ਇਹ ਵੱਡੀ ਪ੍ਰੋਬਲਮ ਸੀ, ਉਹ ਥਿੜਕਮੇ ਸੀ ਸਦਾ। ਪਹਿਲਾਂ 3-4 ਦਾ ਤੁਹਾਨੂੰ ਨਾਮ ਲਿਆ ਤਾਂ ਆਪਣੇ ਚੱਕਰ 'ਚ ਤੁਰੇ ਫਿਰਦੇ ਸੀ ਬਈ ਕਹਿੰਦੇ ਗੋਪਾਲ ਸਿੰਘ ਦਰਦੀ ਨੂੰ ਜਦ ਸਿੱਖ ਨੇਸ਼ਨ ਦੇ ਉੱਪਰਲੇ ਬੰਦਿਆਂ ਦੀ ਕੋਈ ਗੱਲ ਬੰਦਾ ਕਰਕੇ ਕਹਿੰਦੇ ਬਈ ਆਹ ਆਪਾਂ ਮਤਾ ਕਹਿੰਦੇ, ਉਦੋਂ ਪਹਿਲਾਂ ਗੋਪਾਲ ਸਿੰਘ ਦਰਦੀ ਦਾ ਕੰਮ ਇਹ ਹੁੰਦਾ ਸੀ ਨਹਿਰੂ ਨੂੰ ਦੱਸਣਾ ਸਭ ਤੋਂ ਪਹਿਲਾਂ। ਐਡਾ ਬੇੜਾ ਹੁਣ ਵੀ ਜਿਹੜੇ ਠੀਕ ਹੈ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਪੰਜਾਬ ਦਾ ਖਰਾਬ ਕਰਦਾ ਹੋਵੇ, ਪੈਸੇ ਜੋੜਨ ਪਰਿਵਾਰ ਨੂੰ ਪਾਲਣ ਤੇ ਲੱਗਿਆ, ਜਿਹੜੇ ਥੱਲੇ ਨੇ ਉਹ ਥੱਲੜੇ ਜੇ ਕਾਇਮ ਹੋਣ, ਪੋਲੀਟੀਕਲ ਜਿਹੜੀ ਪਾਰਟੀ ਦਾ ਲੀਡਰ ਕਿੱਥੇ ਤੱਕ ਚਲੇ ਜਾਊ। ਥੱਲੜੇ ਨਾਲ ਚੋਰ ਹੋ ਗਏ। ਹੁਣ ਕੀ ਹੋ ਰਿਹਾ, ਅੱਜ ਸਵੇਰੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿਹੜਾ ਨਵਜੋਤ ਸਿੱਧੂ ਵਾਲੇ ਚੱਕਰ 'ਚ, ਮੈਂ ਕਿਹਾ ਵੀ ਇਹ ਕੀ ਹੁਣ ਕਿਵੇਂ ਤੁਹਾਨੂੰ ਪਤਾ ਲੱਗਿਆ, ਪੁਲਿਸ ਦਾ ਬੰਦਾ ਸੀਨੀਅਰ ਅਫਸਰ, ਉਹ ਕਹਿੰਦਾ ਸਾਰੇ ਚੋਰ ਨੇ, ਬਚਿਆ ਕੋਈ ਨਹੀਂ ਹੋਇਆ। ਪਾਰਟੀ ਦੇ ਹੈੱਡ ਨੂੰ ਇਹ ਹੈ ਵੀ ਜਿੰਨਾ ਚਿਰ ਤੱਕ ਮੇਰੇ ਨਾਲ ਵਫਾਦਾਰੀ ਆ ਤੁਹਾਡੀ ਕਰਪਸ਼ਨ ਲੁਕੀ ਹੋਈ ਆ, ਜਿੱਦਣ ਮੇਰੇ ਤੋਂ ਵਫਾਦਾਰੀ ਖੁੰਝ ਗਈ ਉਦਣੇ ਕੁੱਤਿਆਂ ਦੀਆਂ ਜਿਹੜੀਆਂ ਸੰਗਲੀਆਂ ਖੋਲ ਦੇਣੀਆਂ ਨੇ। ਆ ਇਹੀ ਹੋ ਰਿਹਾ ਤੁਹਾਡੇ ਸਾਹਮਣੇ, ਦੇਖਿਓ 4-4 ਸਾਲ ਪੁਰਾਣੇ ਕੇਸ ਸ਼ੁਰੂ ਹੋ ਜਾਣੇ ਨੇ। ਸੋ ਉਸ ਖਿੱਤੇ ਦੇ ਵਿੱਚ ਆਪਾਂ ਤਾਂ ਜਿਹੜੀਆਂ ਗੱਲਾਂ ਪੰਜਾਬ ਤੋਂ ਬਾਹਰ ਬੈਠੇ ਕਰਦੇ ਆ ਨਾ ਵੀ ਅਸੀਂ ਇੱਥੋਂ ਬਚੇ, ਜਿਹੜੇ ਸੂਬੇ ਨੂੰ ਲੈ 50 ਤੋਂ ਲੈ ਕੇ ਆਪਣੇ ਤਾਂ ਕਿਉਂਕਿ ਅਸੀਂ ਉੱਥੋਂ ਬਾਹਰ ਆ ਗਏ, ਪੈਸੇ ਕਮਾ ਲਏ, ਆਪਣੀ ਜਨਮ ਭੋਏ ਦਾ ਤਿਉਰ ਕਰਦੇ ਆ, ਪਹਿਲੀ ਜਿਹੜੀ ਜਨਰੇਸ਼ਨ ਆਪਾਂ ਆਏ ਹੋਏ ਆ, ਅਸੀਂ ਤੜਫਦੇ। ਪਰ ਜਿਹੜੇ ਸੂਬੇ ਨੂੰ 1970 ਤੋਂ ਲੈ ਲਓ, ਪਹਿਲੇ 20 ਸਾਲ ਛੱਡ ਲਓ, ਸੂਤ ਸਾਤ ਹੁੰਦੇ, ਰਾਜਧਾਨੀ ਬਣਦੀ, ਪੰਜਾਬੀ ਸੂਬਾ ਬਣਦਾ ਤੇ ਜਮਾਬੰਦੀਆਂ ਜੇ ਬਹੁਤ 70 ਤੋਂ ਲੈ ਕੇ 50 ਸਾਲ ਹੋ, ਜਿਹੜੀ ਬੋਰੀ ਚੋਂ ਦਾਣੇ ਕੱਢੀ ਹੋ ਜਾਣੇ ਨੇ, ਪਰਖੀਆਂ ਮਾਰੀ ਜਾਣੀਆਂ ਨੇ, ਚੀਨੀ ਕੱਢੀ ਜਾਣੀ ਆ, ਬੋਰੀ ਮੁੱਕਣੀ ਆ, ਨਾ ਉਹਨੂੰ ਅੰਦਰ ਕਰਦੇ ਆ, ਸਲਾਬੀ ਜਾਣੀ ਆ, ਨਾ ਉਹਨੂੰ ਸਾਂਭਦੇ ਆ, ਪਾਣੀ ਉਹਦੇ ਵਿੱਚ ਚੋਈ ਜਾਂਦਾ ਪਰ ਵਿੱਚੋਂ ਕੱਢੀ ਜਾਂਦੇ। ਹਜ਼ਾਰ ਜਿਹੜਾ ਹੁਣ ਇੱਕ ਚੀਜ਼ ਲੱਭ ਰਹੀ ਹੈ, ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜੀਆਂ ਸ਼ਾਮ ਲਾਟਾਂ ਨੇ ਉਹ ਕੋਈ 50,000 ਕਰੋੜ ਕਹੀ ਜਾਂਦਾ, ਕੋਈ 60,000 ਕਰੋੜ ਦੀਆਂ ਕਹੀ ਜਾਂਦਾ ਹੈ। 50 ਏਕੜ 60 ਏਕੜ 100 ਏਕੜ 10 ਏਕੜ ਫਾਰਮ ਹਾਊਸ ਬਣੇ ਹੋਏ ਨੇ, ਸਾਰੇ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੇ ਰੋਕੇ ਹੋਏ। ਪਿੰਡ ਦੀਆਂ ਜ਼ਮੀਨਾਂ ਨੂੰ ਨੌ ਕਰਾ ਕੇ ਉਹਨੂੰ ਵੇਚਣ ਲੱਗੇ। ਇੱਕ ਇੱਥੇ ਦਾ ਵੈਨਕੂਵਰ ਦਾ ਬਿਲਡਰ ਵੀ ਗਿਆ ਹੋਇਆ ਸੀ ਉੱਥੇ, ਉਹਨੇ ਵੀ ਇੱਕ ਪਿੰਡ ਦੀ ਜਿਹੜੀ ਆ ਸ਼ਾਮਲਾਟ ਦਿਖਾਉਣ ਕਰਾ ਕੇ ਉਹ ਕਹਿੰਦੇ ਮੈਂ ਗੇਟਡ ਕਮਿਊਨਿਟੀ ਬਣਾਉਣੀ ਆ, ਮੂਲੋਂ ਹੀ ਚੋਰੀ। 5 ਪਿੰਡ ਉਹਦੇ ਸ਼ਾਮਲਾਟ ਦੇ 6-7 ਕਰਕੇ ਇਕੱਠੇ ਉਹਨਾਂ ਤੋਂ ਦਸਤਖਤ ਕਰਾ ਕੇ ਉਹ ਕਰ ਲਈ ਸੀ ਸ਼ਾਮਲਾਟ ਦਾ ਕੇਸ। ਉਹ 'ਚ ਬੜੀ ਪੋਲੀਟੀਕਲ ਬੰਦੇ ਇਨਵੋਲਵ ਕਰ ਲਏ, ਪਰ ਉਹ ਬਘਿਆੜਾਂ ਦੇ ਸਾਹਮਣੇ ਬਿੱਲੀ ਬਿੱਲਾ ਕੀ ਕਰੂ। ਉਹਨਾਂ ਤਾਂ ਆਪਣਾ ਹੁਣ ਜੇ ਤੁਸੀਂ ਚੰਡੀਗੜ੍ਹ ਤੋਂ ਰੋਪੜ ਵੱਲ ਨੂੰ ਤੁਰ ਜਾਓ, ਚੰਡੀਗੜ੍ਹ ਜਿਹੜਾ ਨਵਾਂ ਇੱਕ ਕੋਰੀਡੋਰ ਖੋਲਿਆ ਨਾ ਸਿਸਵਾ ਵਾਲਾ ਇਹਨਾਂ ਨੇ, ਉਹ ਸੜਕ ਪਹਿਲਾਂ ਵੀ ਟੁੱਟੀ ਹੋਈ ਸੀ। ਉਹ ਪਿਛਲੇ ਜਾ ਕੇ ਪਰਖਾਲੀ ਤੋਂ ਉੱਪਰ 2 ਸੜਕਾਂ ਪਿੱਛੇ ਮਿਲਦੀਆਂ, ਮੋਰਨੀ ਹਿਲਸ ਤੋਂ ਜਿਹੜੇ ਹੁਣ ਪਿੰਡਾਂ ਦੇ ਉਹਨਾਂ ਸਮਝ ਜਾਣਾ ਉਹਨਾਂ ਨੇ। ਰੋਪੜ ਤੋਂ ਜਦ ਕਰਾਲੀ ਨੂੰ ਆਉਨੇ ਆ, ਨਹਿਰ ਭਾਖੜਾ ਟੱਪ ਕੇ ਰੰਗੀਲਪੁਰ ਆਉਂਦਾ, ਰੰਗੀਲਪੁਰ ਤੋਂ ਸੜਕ ਮੁੜਦੀ ਆ ਪਰਖਾਲੀ ਇੱਕ ਟਾਊਨ ਹੈ। ਪਰਖਾਲੀ ਤੋਂ ਪਹਿਲਾਂ ਛੋਟੇ ਛੋਟੇ ਰਾਜ ਪਿੰਡ ਨੇ, ਮੀਆਂਪੁਰ, ਗੰਧੋਂ, ਜੇਬੋ, ਤੇ ਉਹਦੇ ਤੋਂ ਬਾਅਦ ਪੰਜੋਲੀ, ਉੱਥੋਂ ਉਹ 2 ਨਦੀਆਂ ਨੇ ਸਗਰਾਉਂ ਤੇ ਬੁਦਕੀ ਲੰਘ ਕੇ ਪਰਖਾਲੀ ਦੇ ਅੱਡੇ ਤੋਂ ਉੱਪਰੋਂ ਇੱਕ ਸੜਕ ਸੀ ਜਿਹੜੀ ਜਿਹਦੇ ਸਾਈਕਲ ਮੋਟਰਸਾਈਕਲ ਆਉਂਦੇ ਸੀ, ਜਿਹੜੀ ਸਿਸਮਾ ਤੋਂ ਆ ਕੇ ਮਿਲਦੀ ਸੀ। ਉਹ ਪਿਛਲੇ ਪਾਸੇ ਪਿੰਡਾਂ 'ਚ ਟੁੱਟੀ ਹੋਈ ਸੜਕ ਸੀ ਉਹ, ਤੇ ਉਹ ਮੋਰਨੀ ਹਿਲਸ ਦੇ ਪੈਰਾਂ ਦੇ ਵਿੱਚ ਬਹੁਤ ਅਮਰੀਕ ਏਰੀਆ। ਉਹ ਇਹਨਾਂ ਨੇ ਹੁਣ ਕੀ ਕੀਤਾ ਬਘਿਆੜਾਂ ਨੇ, ਇਹਨਾਂ ਨੇ ਕਿਹਾ ਵੀ ਅੰਦਰਲਾ ਤਾਂ ਜਿਹੜੀ 8 ਸੈਕਟਰ 10 ਸੈਕਟਰ ਤਾਂ ਮੁੱਕ ਗਈ, ਹੁਣ ਨਇਆ ਚੰਡੀਗੜ੍ਹ ਵਸਾਓ। ਸ਼ੁਰੂਆਤ ਕੀਤੀ ਬਾਦਲਾਂ ਨੇ ਆਪਣੀ ਕੀਤੀ, ਉਹਨਾਂ ਨੇ 7 ਸਟਾਰ ਬਣਾ ਲਿਆ, ਉਹ ਜ਼ਮੀਨ ਲਿਖਾ ਲਈ, ਚਾਹੇ ਵੇਚ ਲਈ ਚਾਹੇ ਖਰੀਦ ਲਈ, ਉਧਰ ਨੂੰ ਨਹੀਂ ਮੈਂ ਜਾਂਦਾ, ਉਹ ਚਾਹੇ ਉਹਨਾਂ ਨੇ ਲੀਗਲ ਤਾਂ ਕੀਤੀ ਹੋਈ ਹੈ। ਉਹਦੇ ਬਾਅਦ 3 ਲੇਨ ਦੀਆਂ ਸੜਕਾਂ ਉੱਥੇ ਨੂੰ ਬਣਾਤੀਆਂ ਉਹਨਾਂ ਨੇ ਆਪਣੇ ਸਿਰਫ ਰਿਜ਼ੋਰਟ ਲਈ। ਹੁਣ ਵਾਲਾ ਗਿਆ ਸੈ ਆਇਆ ਤਾਂ ਇਹਨੇ ਆਪਣਾ ਜੁਗਾੜ ਬੰਨ ਲਿਆ, ਇਹ ਕਹਿੰਦਾ ਵੀ ਮੇਰਾ ਵੀ ਬਣਾਓ, ਫਿਰ ਤੁਹਾਡਾ ਬਣਾਇਆ। ਇਹਨੇ ਗਾਂਹ ਨੂੰ ਜਾ ਕੇ ਲੈ ਲਈ ਇੱਕ ਪਿੰਡ 'ਚ, ਇਹਨੇ ਜੁਗਾੜ ਬੰਨ। ਉਸ ਏਰੀਏ ਦੇ ਵਿੱਚ ਜੇ ਤੁਸੀਂ ਚੰਡੀਗੜ੍ਹੋਂ ਕਿੱਧਰ ਨੂੰ ਚਲੇ ਜਾਓ, ਚਾਹੇ ਤੁਸੀਂ ਬਨੂੜ ਨੂੰ ਚਲੇ ਜਾਓ, ਚਾਹੇ ਫਤਿਹਗੜ੍ਹ ਸਾਹਿਬ ਨੂੰ ਆ ਜਾਓ, ਚਾਹੇ ਤੁਸੀਂ ਮਰਿੰਡੇ ਨੂੰ ਆ ਜਾਓ, ਚਾਹੇ ਤੁਸੀਂ ਕਰਾਲੀ ਨੂੰ ਆ ਜਾਓ, ਚਾਹੇ ਤੁਸੀਂ ਸਿਸਵਾ ਨੂੰ ਆ ਜਾਓ, ਚਾਹੇ ਤੁਸੀਂ ਅੰਦਰ ਮੋਰਨੀ ਹਿਲਸ ਤੋਂ ਸਿਸਮਾ ਟੀ ਪੁਆਇੰਟ ਤੋਂ ਆ ਜਾਓ, ਸਾਰੀ ਜ਼ਮੀਨ ਇਹਨਾਂ ਬਘਿਆੜਾਂ ਨੇ ਰੋਕੀ ਹੋਈ ਆ।
ਕੋਈ 100 ਵਿਗੇ, ਕੋਈ 50 ਵਿਗੇ ਫਾਰਮ ਹਾਊਸ ਨੇ, ਉੱਥੇ ਵਸੋਂ ਨਹੀਂ ਹੈ। ਉੱਥੇ ਰੰਗ ਰਲੀਆਂ ਫਾਰਮ ਹਾਊਸ ਦਾ ਅਦਰਵਾਈਜ਼ ਮਤਲਬ ਕੀ ਆ? ਰੰਗ ਰਲੀਆਂ। ਉੱਥੇ ਫੁਮਕੇ ਲੱਗਦੇ, ਉੱਥੇ ਆਉਂਦੇ ਆ। ਫਿਰ ਚੁਬਾਰੇ ਪਾਏ ਹੋਏ ਨੇ ਨਾਲ, ਉੱਥੇ ਕੁੱਕ ਰੱਖੇ ਹੋਏ ਨੇ, ਵੀਕਐਂਡ ਤੇ ਉੱਥੇ ਆਉਂਦੇ। ਜਿਹੜੇ ADGP ਤੋਂ ਉੱਪਰਲੇ, IG ਤੋਂ ਉੱਪਰਲੇ ਅਫਸਰ ਨੇ ਪੰਜਾਬ ਪੁਲਿਸ ਦੇ, ਜਿੰਨੇ ਪੋਲੀਟੀਕਲ, ਜਿੰਨੇ IAS, ਜਿੰਨੇ IPS, ਜਿੰਨੇ ਬਿਊਰੋਕ੍ਰੇਸੀ, ਜਿਨ੍ਹਾਂ ਨੂੰ ਪਤਾ ਕੋਈ ਹੁਣ ਕਿਸੇ ਤੋਂ ਦਸਤਖਤ ਕਰਾ ਕੇ ਮਿਨਿਸਟਰ ਨੇ 100 ਵਿਗੇ ਲਿਖਵਾ ਲਈ, ਵਿਆ ਕਰੋ ਜੀ। ਉਹਨੇ ਕਿਹਾ ਵੀ 100 ਮਿਨਿਸਟਰ ਨੇ ਰੱਖ ਲਈ, ਤੋਂ 10 ਕਿਲੇ ਪਰਾਂ ਹਟ ਕੇ ਮੈਂ 50 ਦੱਬ ਲੈਣਾ। 9 ਪ੍ਰੋਪਰ ਕਰਾ ਲਈ, ਬਿਲਕੁਲ ਸ਼ਾਮਲਾਟਾਂ ਖਰੀਦ ਲਈ। ਗਾਹਾਂ ਸਰਪੰਚ ਪੰਚਾਂ ਨੂੰ ਵਿਚਾਰਿਆਂ ਨੂੰ, ਗਰੀਬਾਂ ਨੇ ਪਿੰਡ ਦੀ ਦੇ ਚੱਕ ਕੇ ਜ਼ਮੀਨ ਦੇਤੀ। ਹੁਣ ਉਹਨੂੰ ਕੱਢਣ ਦੀਆਂ ਗੱਲਾਂ ਚੱਲ ਰਹੀਆਂ ਨੇ। 40,000 ਕਰੋੜ ਕਿਹਨੇ ਕੱਢਣੀ ਹੈ? ਕਿਹੜੀ ਪਾਰਟੀ ਕੱਢੂ? ਜੇ ਕੋਈ ਬਦਲ ਆ ਜਾਵੇ ਦੋਨਾਂ ਦਾ, ਤੇ ਉਹ ਗੁਰੂ ਦੇ ਸਨਮੁਖ ਹੋ ਕੇ, ਲੋਕਾਂ ਦੇ ਸਨਮੁਖ ਹੋ ਕੇ ਕਹਿ ਦੇਵੇ ਵੀ ਮੈਂ ਸਾਫ਼ ਕਰੂੰ, ਉਹ ਤਾਂ ਕੱਢ ਲੂ ਕਾਗਜ਼ ਪੱਤਰ। ਪਰ ਉਹ ਕਾਗਜ਼ ਪੱਤਰਾਂ ਦੇ ਵੱਲ ਫੇਰ ਏਡੇ ਕਰੜੇ ਪਾਏ ਹੋਏ ਨੇ, ਉਹ ਨਿਕਲਣੀਆਂ ਨਹੀਂ ਗੱਠਾਂ। ਜਿਹੜੀ ਨੌ ਲੀਗਲ ਰਜਿਸਟਰੀ ਹੋਊਗੀ ਉਹਨੂੰ ਕਿੱਥੋਂ ਕੱਢੋਗੇ? ਉਹ ਥਕਾ ਦੇਣਗੇ, ਹੰਭਾ ਦੇਣਗੇ। ਕਮਿਸ਼ਨ ਬਿਠਾ ਦਿਓ ਜੀ, ਇਹ ਸਿੱਟ ਬਣਾ ਦਿਓ ਜੀ, 4 ਸਾਲ ਕੱਢ ਦੇਣਗੇ ਤੁਹਾਡੇ ਤੁਰੇ ਫਿਰਿਓ। ਕਿਉਂਕਿ ਪੋਲੀਟੀਕਲ ਲੀਡਰ ਤੋਂ ਅੱਗੇ ਜਿਹੜੀ ਚੀਜ਼ ਤੋਰਨੀ ਹੈ, ਉਹ ਤੋਰਨੀ ਤਾਂ ਅਫਸਰ ਨੇ, ਹੈ ਨਾ। ਸੋ ਇਹਨਾਂ ਨੂੰ ਹੁਣ ਅੰਬੇਦਕਰ ਨੂੰ ਐ ਥੋੜਾ ਪਤਾ ਵੀ ਜਿਹੜੀ ਆਹ ਪੰਸੇਰੀ ਫਿਰਦੀਆਂ ਮੇਰੇ ਕੋਲ ਆਲੇ ਦੁਆਲੇ, ਇਹ ਕੀ ਕਰੂ? 60 ਵਰਿਆਂ ਦੇ ਸਮੇਂ 'ਚ ਮਾਸਟਰ ਤਾਰਾ ਸਿੰਘ ਨੇ ਉਹਦਾ ਦਿਲ ਤੇ ਦਿਮਾਗ, ਦੋ ਚੀਜ਼ਾਂ ਤੇ ਐਕਟ ਕਰਦਾ ਰਿਹਾ। ਚੇਤਨਤਾ ਵਾਲੇ ਪਾਸਿਓਂ ਇੱਕ ਤਰੀਕੇ ਨਾਲ ਸੋਚਦੀ, ਦਿਲ ਉਹਦੀ ਸਿੱਖ ਕੌਮ ਦੀ ਆਜ਼ਾਦੀ ਦੀ ਵਫਾ ਭਾਲਦਾ ਸੀ। 37-38 ਦੇ ਵਿੱਚ ਪੰਜਾਬ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਉਹਨੇ ਇੱਕ ਗੱਲ ਕੀਤੀ, ਕਹਿੰਦਾ ਮੈਂ ਜ਼ਰੂਰ ਸਿੱਖ ਰਾਜ ਚਾਹੁੰਦਾ ਤੇ ਸਵਰਾਜ ਅਥਵਾ ਸਾਂਝੇ ਰਾਜ ਦੇ ਵੀ ਹੱਕ ਚਾਹੁੰਦਾ ਹੈ। ਆ ਸੁਣ ਲਿਓ ਗੱਲ, ਆਪੇ ਵਿਰੋਧ। ਕਿਉਂਕਿ ਜਦੋਂ ਉਹ ਅਲੱਗ ਦੀ ਗੱਲ, ਆਈਸੋਲੇਸ਼ਨ ਦੀ ਗੱਲ ਕਰਦਾ ਸੀ, ਜਦੇ ਭਾਸ਼ਾ ਪ੍ਰੈਸ, ਜਦੇ ਜਿੰਨੇ ਸੀ ਮਤਲਬ ਜਿਹੜੇ ਪੇਪਰਾਂ ਵਾਲੇ, ਇਹਨਾਂ ਦਾ ਕੰਟਰੋਲ ਸੀ। ਸਭ ਤੋਂ ਵੱਡੀ ਭੂਮਿਕਾ ਜਿਹੜੀ ਟ੍ਰਿਬਿਊਨ ਦੀ, ਬਹੁਤ ਵਿਨਾਸ਼ਕਾਰੀ ਭੂਮਿਕਾ ਰਹੀ ਹੈ ਟ੍ਰਿਬਿਊਨ। ਔਰ ਇਹਨਾਂ ਪੇਪਰਾਂ ਦੇ ਵਿੱਚੋਂ ਜਿਹੜੇ ਹੁਣ ਫਿਰਦੇ ਨੇ, ਉੱਥੇ ਹਲੇ ਵੀ ਚੰਡੀਗੜ੍ਹ 12-15 ਹੈਗੇ ਜਿਹੜੇ ਇਹਨਾਂ ਚੋਂ ਨਿਕਲ ਕੇ ਆਏ ਨੇ। ਉਹਨਾਂ ਦੀ ਟੋਨ ਦੇਖਿਓ ਤੁਸੀਂ, ਉਹਨਾਂ ਦੀ ਲਿਖਤ ਦੇਖੀ। ਤੇ ਉਹ ਕਹਿੰਦਾ ਵੀ ਫਿਰ ਮੈਂ ਨਾਲ ਹੀ ਸਵਰਾਜ ਅਥਵਾ ਸਾਂਝੇ ਰਾਜ ਦੇ ਵੀ ਹੱਕ। ਪਰ ਮੈਂ ਅਜਿਹਾ ਮੂਰਖ ਨਹੀਂ ਕਿ ਇਹ ਨਾ ਸਮਝਦਾ ਹੋਵਾਂ ਕਿ ਸਿੱਖ ਰਾਜ ਦੀ ਕੋਈ ਸੰਭਾਵਨਾ ਹੀ ਨਹੀਂ। ਦੇਖੋ, ਕੇਵਲ ਸਵਰਾਜ ਦੀ ਜਾਂ ਸਾਂਝੇ ਰਾਜ ਦੀ ਸੰਭਾਵਨਾ ਹੈ, ਇਸ ਲਈ ਇਸ ਇੱਛਾ ਦੇ ਯਤਨ ਕਰਨੇ ਚਾਹੀਦੇ ਨੇ। ਇਹਦਾ ਅਸਲ ਉਦਾਹਰਨ ਕੀ? ਕਹਿੰਦਾ ਹਾਂ, ਕਹਿੰਦਾ ਕਹਿੰਦਾ ਨਾ, ਕਹਿੰਦਾ ਦੋਨਾਂ ਚੋਂ ਹੀ ਨਹੀਂ ਕੁਛ। ਜਦ ਉਸਨੇ ਕਹਿਣਾ ਕੋਈ ਵੀ ਗੱਲ ਮਾੜੀ ਜੀ, ਉਸਨੇ ਜਦੋਂ ਕਰਦਾ ਸੀ ਨਾ ਵੀ ਸਾਡੇ ਵੱਧ ਅਧਿਕਾਰ ਤੇ, ਜੇ ਇੱਕ ਤਾਂ ਨਾਲ ਦੇ ਜਿਹੜੇ 5-7 ਸੀ, ਉਹਨਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਇੱਕ ਦੂਜੇ ਨੂੰ ਸਿੱਟ ਲੱਤ ਲਾ ਕੇ, ਉਹ ਤਾਂ ਜਿਹੜੀ ਉਹਦਾ ਚੱਲਦੀ ਸੀ। ਪਰ ਸਭ ਤੋਂ ਵੱਡਾ ਜਿਹੜਾ ਇਸ਼ੂ ਸੀ, ਉਹ ਜਦ ਕਰਦਾ ਸੀ ਆਰੀਆ ਸਮਾਜ ਦਾ ਜਿਹੜਾ ਜ਼ੋਰ ਸੀ, ਜਲੰਧਰ ਵਾਲਾ ਜਿਹੜੇ ਚੇਲੇ ਬਾਲ ਕੇ ਸੀ, ਕਿਸ਼ਤੀ ਟੋਪੀਆਂ ਵਾਲੇ, ਉਹ ਸਭ ਇਹਦੇ ਪਿੱਛੇ ਬੰਦੇ। ਫਿਰਕੂ ਆ, ਜੇ ਬਦਨਾਮ ਹੈ, ਜੇ ਗਦਾਰ ਹੈ ਦੇਸ਼ ਦਾ। ਅਖੀਰ 'ਚ ਮਰਨ ਵੇਲੇ ਕਿਹਾ, ਕਹਿੰਦਾ ਮੇਰੇ ਮੱਥੇ ਤੇ ਖੁਣ ਦੋ, ਮੈਂ ਫਿਰਕੂ ਆ, ਪਰ ਮੇਰਾ ਦੇਸ਼ ਸਾਨੂੰ ਜਗ੍ਹਾ ਦੇ ਦੇ। ਜਾਨੂੰ ਵੇਲਾ ਲੰਘ ਗਿਆ ਸੀ। ਵਾਅਦੇ ਜਿਹੜੇ ਨੇ ਉਹ ਵਫਾ ਨਾ ਹੋਏ। 46-47 'ਚ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਜਿਹੜੇ ਸਿੱਖ ਹਤੈਸ਼ੀ ਅਫਸਰ ਸੀ, ਫੈਡਰਲ ਮੂਨ ਤੇ ਮੇਜਰ ਸ਼ਾਲਟ, ਉਹ ਪੰਜਾਬ ਦੇ ਬਟਵਾਰੇ ਨੂੰ ਰੋਕਣ ਦੇ ਲਈ ਨਾ ਬਹੁਤ ਕੋਸ਼ਿਸ਼ ਕਰ ਰਹੇ ਵੀ ਸਿੱਖ ਤੇ ਮੁਸਲਮਾਨ ਤੁਸੀਂ ਇਕੱਠੇ ਹੋ ਜਾਓ। ਪਰ ਸਿੱਖ ਲੀਡਰ ਜਿਹੜੇ ਨੇ ਉਹ ਫੈਡਰਲ ਮੂਨ ਕੋਲ ਇਹ ਵਿਸ਼ਵਾਸ ਦੀ ਗੱਲ ਕਰਦੇ ਕਿ ਬਸ ਕਹਿੰਦਾ ਪੰਜਾਬ ਦਾ ਬਟਵਾਰਾ ਹੋ ਗਿਆ, ਕਾਂਗਰਸ ਪਾਰਟੀ ਨੇ ਪੂਰਬੀ ਪੰਜਾਬ ਦੀਆਂ ਹੱਦਾਂ 'ਚ ਕਰਕੇ ਬਦਲ ਸਿੱਖਾਂ ਨੂੰ ਸੱਭਿਆਚਾਰ ਘਰ ਬਣਾ ਦੇਣਾ। ਵਾਅਦਾ ਕੀਤਾ ਹੈ ਸਾਡੇ ਨਾਲ ਭਾਸ਼ਾ ਦੇ ਆਧਾਰ ਤੇ। 1920 ਦਾ ਨਾਗਪੁਰ ਦਾ ਸੈਸ਼ਨ ਹੋਇਆ, ਇਹਦੇ 'ਚ ਗੱਲ ਹੋ ਜਾਣੀ ਹੈ। ਗਿਆਨੀ ਕਰਤਾਰ ਸਿੰਘ ਨੇ 47 'ਚ ਪੰਜਾਬ ਦੇ ਗਵਰਨਰ ਇਵਾਨ ਜੈਕਨਸ ਨੂੰ ਇਹ ਗੱਲ ਕੀਤੀ, ਕਹਿੰਦਾ ਗੈਰ ਪੰਜਾਬੀ ਬੋਲਣ ਵਾਲੇ ਇਲਾਕਿਆਂ ਨੂੰ ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਹੋਰ ਕਿਸੇ ਰਾਜ ਨਾਲ ਜੋੜ ਦੇਣਾ, ਬਾਕੀ ਬਚਦੇ ਤੇ ਪੂਰਬੀ ਪੰਜਾਬ 'ਚ ਭਾਰੂ ਸਿੱਖ ਸਾਡੀ ਵਸੋਂ ਹੋ ਜਾਣੀ ਹੈ। ਬਸ ਲੱਗ ਬਣ ਗਈ ਗੱਲ ਸਾਡੀ। ਗਿਆਨੀ ਕਰਤਾਰ ਸਿੰਘ ਉਹਨਾਂ ਨੇ ਅਗਵਾਈ ਦੇ ਥੱਲੇ ਇੱਕ ਸਿੱਖ ਬਾਬਤ ਜਿਹੜਾ ਵਫਦ ਹੈ 21 ਜਨਵਰੀ 1948 ਨੂੰ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ
ਪ੍ਰੀਸ਼ਦ ਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਨੂੰ ਮੁਲਾਕਾਤ ਕਰਕੇ ਕਹਿੰਦੇ ਤੁਸੀਂ ਉਹ ਕਰੋ, ਰੋਹਤਕ ਤੇ ਗੁੜਗਾਉਂ ਦੇ ਏਰੀਏ ਜਿਹੜੇ ਨੇ ਪੰਜਾਬ ਦੇ ਇਲਾਕੇ ਤੇ ਸੱਭਿਆਚਾਰ ਨਹੀਂ ਹੈ, ਪੰਜਾਬ ਦੇ ਦਿੱਲੀ ਨਾਲ ਜੋੜ ਦਿਓ ਇਹਨਾਂ ਨੂੰ ਤੇ ਬਸ ਬਾਕੀ ਅਸੀਂ ਸਹੀ ਆ। ਇਉਂ ਕਹਿ ਕੇ ਆਏ ਜਿਵੇਂ ਮਾਮੇ ਨੂੰ ਨਾ ਆਪ ਤੋਂ ਹੀ ਕਹਿਣ ਜਾਂਦਾ ਹੁੰਦਾ, ਮਾਮੇ ਟਰੈਕਟਰ ਟਰਾਲੀ ਜੋੜ ਲਿਆਓ, ਪਰਸੋਂ ਨੂੰ ਆਪਾਂ ਤੂੜੀ ਐ ਲਾਉਣੀ ਬਸ 2 ਦਿਹਾੜੀਆਂ ਲਾਉਣੀਆਂ ਨੇ। ਇਉਂ ਤੁਰੇ ਫਿਰਦੇ ਦਿੱਲੀ, ਕਿਉਂਕਿ ਪਾਪ ਨਹੀਂ ਸੀ ਪਤਾ। ਅਖੇ ਜੀ ਬਹੁਤ ਸਾਊ ਸੀ, ਮੋਢੇ ਤੇ ਖੱਦਰ ਦਾ ਪਰਨਾ ਰੱਖਦਾ ਸੀ ਜੀ, ਗਿਆਨੀ ਕਰਤਾਰ ਸਿੰਘ ਦਿਲ ਸੀ, ਦਿਮਾਗ ਸੀ। ਚੀਜ਼ਾਂ ਚਾਹੇ ਕੁਛ ਵੀ ਹੋਣ, ਕਲੈਰਿਟੀ ਜਿਨ੍ਹਾਂ ਨੇ ਜਾ ਕੇ ਬੋਲਣਾ ਉਹਨਾਂ ਨੂੰ ਚਾਹੀਦਾ ਵੀ ਅਸੀਂ ਕੀ ਬੋਲਣਾ, ਅਸੀਂ ਕੀ ਭਾਲਣਾ। ਬਾਕੀ ਜਿਨ੍ਹਾਂ ਨਾਲ ਤੁਸੀਂ ਜੋੜ ਲਿਆ, ਜਦ ਪੇਟੀਆਂ ਚੱਕ ਕੇ ਇੱਕ ਭਾਈ ਨਾਲ ਜੇਠ ਅੱਡ ਹੋ ਹੀ ਗਿਆ, ਉਹਦਾ ਬਾਅਦ ਚ ਹੁਣ ਸਮਾਨ ਦੇ ਜੋੜਨ ਤੋਂ ਪਤਾ ਲੱਗੂ ਵੀ 4 ਖੂੰਜੇ ਪਰੌਂਠੇ ਹੀ ਖਾਂਦਾ ਜਾਂ ਹਰੇ ਦੀ ਸੱਤਰੀ ਵੱਢ ਕੇ ਲਿਆਉਂਦਾ ਜਾਂ ਭਰਜਾਈ ਨੂੰ ਅੱਡੀਆਂ ਕੂਚਰੀ ਨੂੰ ਦੇਖੀ ਜਾਂਦਾ ਸਾਰਾ ਦਿਨ। ਵੈਕਸੀਨੇਸ਼ਨ ਤੋਂ ਬਾਅਦ ਫਿਰ ਵਾਪਸ ਆਓ। ਚੀਜ਼ ਇਸ ਦੇ ਵਿੱਚੋਂ ਸਮਝਣ ਵਾਲੀ ਹੈ, ਜਿਹੜੀ ਚੀਜ਼ ਦਾ ਪਹਿਲਾਂ ਤੁਸੀਂ ਕਈ ਵਾਰ ਜ਼ਿੰਦਗੀ 'ਚ ਵਿਰੋਧ ਕੀਤਾ ਹੋਵੇ, ਜਦ ਉਹਨੂੰ ਦੁਬਾਰਾ ਤੁਸੀਂ ਮੰਗਣ ਦੀ ਕੋਸ਼ਿਸ਼ ਕਰੋ, ਬੰਦੇ ਸਾਹਮਣੇ ਉਹੀ ਹੁਣ ਜਿਹਨਾਂ ਕੋਲ ਵਿਰੋਧ ਕੀਤਾ ਹੋਵੇ, ਉਹਦੇ ਬਾਅਦ ਅਗਲੇ ਕਹਿੰਦੇ ਵੀ ਹੁਣ ਕਿਹੜੇ ਮੂੰਹ ਨਾਲ ਮੰਗਦਾ। ਹੁਣ ਸੁਣਿਓ, ਤੇ ਆਹ ਮੀਟਿੰਗਾਂ ਜਿਹੀਆਂ ਕਰਦੇ ਫਿਰਦੇ ਇਹ ਬਹੁ ਗਿਣਤੀ 'ਚ ਹੋ ਗਏ। ਹੁਣ ਬਹੁ ਗਿਣਤੀ 'ਚ ਹੋਣ ਤੋਂ ਬਾਅਦ ਇੱਕ ਹੋਰ ਗੱਲ ਤੋਰ ਲਈ। ਉਹ ਕਹਿੰਦੇ ਵੀ ਸਿੱਖ ਕੌਮ ਬਾਹਰਲੇ ਪੰਜਾਬ ਤੇ ਤੋਂ ਬਾਹਰ ਘੱਟ ਗਿਣਤੀ 'ਚ ਤੇ ਵਿਦਿਅਕ ਪੱਖੋਂ ਵੀ ਪਛੜੇ ਹੋਏ ਨੇ। ਪਹਿਲੀ ਤਾਂ ਗੱਲ ਨੁਮਾਇੰਦਗੀ ਤੇ ਨੌਕਰੀਆਂ ਨੂੰ ਦੇ ਰਿਜ਼ਰਵੇਸ਼ਨ ਵਾਲੇ ਪਾਸੇ ਨੂੰ ਸਾਨੂੰ ਜ਼ਰੂਰ ਲੈ ਕੇ ਜਾਂਦਾ ਜਾਵੇ। ਦੂਜਾ, ਸਾਂਝੇ ਚੋਣ ਖੇਤਰਾਂ ਦੀ ਜਗ੍ਹਾ ਸਾਡੇ ਵੱਖਰੇ ਚੋਣ ਖੇਤਰ ਕਾਇਮ ਕੀਤੇ ਜਾਣ, ਜਿਨ੍ਹਾਂ ਦਾ 40 ਸਾਲ ਜਿਹੜੀ ਚੀਜ਼ ਦਾ ਵਿਰੋਧ ਕੀਤਾ ਹੋ ਜਾਏ, ਕਿਉਂਕਿ ਹੁਣ ਮੁਸਲਮਾਨ ਹੈ ਨਹੀਂ। ਹੁਣ ਹਿੰਦੂ ਬਹੁ ਗਿਣਤੀ ਇਸ ਸਰਕਾਰ ਤੋਂ ਮੰਗ ਰਹੇ ਨੇ ਵੀ ਸਾਡੇ ਵੱਖਰੇ ਚੋਣ ਖੇਤਰ ਕਰ। 25 ਅਕਤੂਬਰ 1948 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਕਹਿੰਦੇ ਵਰਕਿੰਗ ਕਮੇਟੀ ਦੀ ਵੱਖਰੇ ਚੋਣ ਖੇਤਰਾਂ ਤੇ ਪੱਖ ਦੀ ਵਜਾਹਤ ਕਰਦੇ ਆ। ਜਿਹੜੀਆਂ ਗੱਲਾਂ ਉਹਨਾਂ ਕਿ ਜਿਹੜੇ 40 ਸਾਲ ਪਹਿਲਾਂ ਮੁਸਲਮਾਨ ਕਹਿੰਦੇ ਸੀ ਆਗੂ ਬਈ ਤੁਸੀਂ ਵੱਖਰੇ ਚੋਣ ਖੇਤਰ ਕਰ ਲਓਗਾ, ਨਾ 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 ਵੱਖਰੇ ਚੋਣ ਖੇਤਰ ਇਸ ਤੁਹਾਡੇ ਥੱਲੇ ਆ ਜਾਣਗੇ। ਹੁਣ ਇਉਂ ਸੀ ਬਈ ਵੱਖਰੇ ਚੋਣ ਖੇਤਰ ਹੋ ਜਾ। ਅਜੋਕੀ ਰਾਜਨੀਤੀ ਉਹ ਕਹਿੰਦੇ ਇਹਨੂੰ ਬਿਨ ਕੀ ਕਿਹਾ, ਕਹਿੰਦਾ ਅਜੋਕੀ ਰਾਜਨੀਤੀ ਅੰਦਰ ਵੱਖਰੇ ਫਿਰਕੇਦਾਰਾਨਾ ਚੁਣਾਵ ਨੂੰ ਭੰਡਣਾ ਇੱਕ ਆਮ ਫੈਸ਼ਨ ਬਣ ਗਿਆ। ਪਰ ਹਿੰਦੁਸਤਾਨ ਜੋ ਕਿ ਯਕੀਨ ਨਹੀਂ ਕਈ ਕੌਮਾਂ ਦਾ ਰਲਵਾ ਮਿਲਵਾ ਦੇਸ਼ ਹੈ, ਅੰਦਰ ਕਿਸੇ ਘੱਟ ਗਿਣਤੀ ਵੱਲੋਂ ਆਪਣਾ ਨੁਮਾਇੰਦਾ ਖੁਦ ਚੁਣਨ ਦਾ ਅਧਿਕਾਰ ਉਸ ਦੀ ਸੁਰੱਖਿਆ ਦੀ ਸਭ ਤੋਂ ਵੱਧ ਕਾਰਗਰ ਤੇ ਆਲਾ ਤਰੀਕਾ ਹੈ। ਵੱਖਰਾ ਫਿਰਕੇਦਾਰਾਨਾ ਚੁਣਾਵ ਯੁੱਗਾਂ ਪੁਰਾਣਾ ਜਮਹੂਰੀ ਸੱਤਰ ਹੈ। ਸਿੱਖ ਇਸ ਕਰਕੇ ਜ਼ੋਰ ਕਰ ਰਹੇ ਨੇ ਕਿ ਬਹੁ ਗਿਣਤੀ ਫਿਰਕੇ ਵੱਲੋਂ ਖਾਸ ਤੌਰ ਤੇ ਅਮਲ 'ਚ ਲਿਆਂਦੀ ਧੱਕੜ ਫਿਰਕੂ ਜ਼ਿਹਨੀਅਤ ਦੇ ਸਿੱਖਾਂ ਦੇ ਮਨ ਅੰਦਰ ਤੌਖਲਾ ਪੈਦਾ ਕੀਤਾ। ਹਲੇ ਸਾਲ ਹੀ ਲੰਘਿਆ, ਕਿਉਂਕਿ ਹਲੇ ਤੁਹਾਨੂੰ ਦੱਸਦੇ ਨਾ ਵੀ ਕਿਹੜੇ ਕਿਹੜੇ ਪਾਸੋਂ ਘੇਰਾਬੰਦੀ ਸ਼ੁਰੂ ਹੋਈ। ਹੁਣ ਇਹ 'ਚੋਂ ਨਿਰਾਸ਼ਤਾ ਹੋ ਗਈ ਸ਼ੁਰੂ, ਮੋਹ ਭੰਗ ਹੋ ਗਿਆ। ਨਿਰਾਸ਼ਤਾ ਇਹਦੇ ਵਿੱਚ ਸ਼ੁਰੂ ਹੋ ਵੀ ਸਾਨੂੰ ਕਮਿਊਨਲ ਖੇਤਰ ਦੇ ਦਿਓ ਜੀ ਅੱਡ। ਬਲਦੇਵ ਸਿੰਘ ਕਿਉਂਕਿ ਪਹਿਲਾਂ ਇਕੱਠੇ ਜੂਝਦੇ ਰਹੇ ਦੇਸ਼ ਹੋ ਗਿਆ। ਬਲਦੇਵ ਸਿੰਘ ਨੇ 1938 'ਚ ਰਾਵਲਪਿੰਡੀ 'ਚ ਅਕਾਲੀ ਦਲ ਦੀ ਕੁੱਲ ਹਿੰਦ ਕਾਨਫਰੰਸ ਪ੍ਰਧਾਨਗੀ ਭਾਸ਼ਣ 'ਚ ਕਾਂਗਰਸ ਪ੍ਰਤੀ ਜਿਹੜਾ ਪਿਆਰ ਆ ਉਹ ਐਂ ਦਰਸਾਇਆ, ਕਹਿੰਦਾ ਵਾਹਿਗੁਰੂ ਤੇ ਗੁਰੂ ਸਾਹਿਬਾਨ ਤੋਂ ਬਾਅਦ ਮੇਰੀ ਆਸ ਤਾਂ ਕਾਂਗਰਸ 'ਚ ਹੀ ਹੈ। ਬਸ ਅਜਿਹਾ ਮੈਂ ਕਿਸੇ ਜਾਤੀ ਵਜ੍ਹਾ ਕਰਕੇ ਨਹੀਂ ਕਹਿ ਰਿਹਾ, ਸਗੋਂ ਇਸ ਕਰਕੇ ਕਹਿ ਰਿਹਾ ਕਿ ਕਾਂਗਰਸ ਹੀ ਕੌਮੀ ਗੌਰਵ ਤੇ ਸਵੈਮਾਨ ਵਾਲੀ ਇੱਕਮਾਤਰ ਸੰਸਥਾ। ਇਹੋ ਜਿਹਾ ਜਾਣੀ ਭਰੋਸਾ ਸੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ। ਬਲਦੇਵ ਸਿੰਘ ਕਹਿ ਰਿਹਾ ਜਿਹੜੀ ਭਾਰਤ ਦੇ ਸੰਵਿਧਾਨ ਘਣ ਵਾਲੀ ਵਿਧਾਨ ਸਭਾ ਅਸੈਂਬਲੀ ਦੇ ਜਿਹੜੇ ਸੀ ਉਹਨਾਂ ਨੇ ਇੱਕ ਐਡਵਾਈਜ਼ਰੀ ਕਮੇਟੀ ਬਣਾਈ ਨਾਗਰਿਕਾਂ ਦੇ ਮੂਲ ਅਧਿਕਾਰ ਤੇ ਘੱਟ ਗਿਣਤੀ ਦੀ ਸੁਰੱਖਿਆ। 29 ਤੋਂ 31 ਜੁਲਾਈ 1947 ਨੂੰ ਮੀਟਿੰਗ ਹੋਈ ਜਿਸ 'ਚ ਸਿੱਖ ਕੌਮ ਦੇ ਹੱਕਾਂ ਦੀ ਸੁਰੱਖਿਆ ਦਾ ਮਸਲਾ ਇਹ ਗੱਲ ਕਰਕੇ ਟਾਲਤਾ ਕਿ ਹਲੇ ਆਜ਼ਾਦੀ ਨਹੀਂ ਆਈ, ਆਜ਼ਾਦੀ ਆ ਲੈਣ ਦਿਓ, ਤਬਾਦਲਾ ਹੋ ਲੈਣ ਦਿਓ, ਹਲੇ ਅਨਿਸ਼ਚਾ ਦੀ ਹਾਲਤ ਤੱਕ ਕਰਦੇ ਆ ਤੁਹਾਡੇ ਨਾਲ। ਇਹ ਪਹਿਲੀ ਬਦਨੀਤ ਸੀ। ਜਦ ਤੁਹਾਡੇ ਨਾਲ ਗੱਲ ਹੋ ਗਈ ਉਹਨਾਂ ਨੇ ਉੱਧਰੋਂ ਜਵਾਬ ਦੇਤਾ ਉਹਨਾਂ ਨੂੰ ਵੀ ਤੁਹਾਡੇ ਨਾਲ ਅਸੀਂ ਮੁਸਲਮਾਨ ਬਸੋਂ ਨਾਲ ਨਹੀਂ ਆਉਣਾ, ਅਸੀਂ ਇੱਧਰ ਆਉਣਾ ਹੈ। ਉਹ ਕਹਿੰਦੇ ਹਲੇ ਕੋਈ ਨਾ ਟ੍ਰਾਂਸਫਰ ਆਫ ਪਾਵਰ ਹੋ ਲੈਣ। ਆਜ਼ਾਦੀ ਦੇ ਤਬਾਦਲੇ ਦਾ ਸਿੱਖ ਕੌਮ ਦੀ ਘੱਟ ਗਿਣਤੀ ਰੁਤਬੇ ਨਾਲ ਤਾਂ ਕੋਈ ਮਤਲਬ ਨਹੀਂ ਸੀ। ਉਹਦਾ ਕੀ ਮਤਲਬ? ਸਿੱਖ ਨੂੰ ਤਾਂ ਇੱਕ ਸਿੱਖ ਦੇ ਤੌਰ ਤੇ ਮੰਨਣਾ ਸੀ। ਇਹਦੇ ਨਾਲ ਕੀ ਉਹਦਾ ਮਤਲਬ ਸੀ ਤਬਾਦਲੇ ਦਾ?
जे नीतां साफ ਹੁੰਦੀਆਂ ਤਾਂ ਘੱਟ ਗਿਣਤੀ ਵਰਗ ਵੱਲੋਂ ਉਹਨਾਂ ਦੇ ਹੱਕਾਂ ਦੇ ਸੁਰੱਖਿਆ ਦੀ ਗੱਲ ਜਿਹੜੀ ਕਹੀ ਹੋਈ ਆ ਵੀ ਕੋਈ ਵੀ ਕਾਨੂੰਨ ਨਹੀਂ ਆਇਆ ਜਾਊ ਜਿਹਦੇ ਘੱਟ ਗਿਣਤੀ ਸੁਰੱਖਿਆ ਦੇ ਨਾਲ ਕੋਈ ਗੱਲ ਹੋਈ। ਪਹਿਲਾਂ 5 ਪੜ੍ਹ ਕੇ ਤੁਹਾਨੂੰ ਦਿਖਾਇਆ ਹੈ। ਤੇ ਬਟਵਾਰੇ ਤੋਂ ਪਹਿਲਾਂ ਜਦ ਮੁਸਲਿਮ ਵਰਗ ਦਬਾਅ ਪਾਉਂਦਾ ਸੀ ਉਹ ਘੱਟ ਗਿਣਤੀ ਦੇ ਹੱਕਾਂ ਦੀ ਗੱਲ ਕਰਦੇ ਰਹੇ ਵੀ ਨਾ ਘੱਟ ਗਿਣਤੀਆਂ ਨੂੰ ਜਿਹੜੀ ਚੀਜ਼ ਨਹੀਂ ਸਹਿਮਤ ਹੋਊ ਉਹ ਕਰਨੀ ਹੋ ਨਹੀਂ। ਜਦ ਮੁਸਲਿਮ ਵਰਗ ਦਾ ਕੰਡਾ ਨਿਕਲ ਗਿਆ ਉਹ ਪਰਲੇ ਬੰਨੇ ਚਲੇ ਗਏ। ਵਿਧਾਨ ਸਭਾ ਦੀ ਅਸੈਂਬਲੀ ਨੇ 27-28 ਅਗਸਤ ਨੂੰ 1947 ਨੂੰ ਵੱਖਰੇ ਚੋਣ ਖੇਤਰਾਂ ਦੀ ਵਿਵਸਥਾ ਹੀ ਖਤਮ ਕਰਤੀ। ਉਹ ਕਹਿੰਦੇ ਕੋਈ ਅਲੱਗ ਖੇਤਰ ਨਹੀਂ ਹੋਊ। ਬਸ 11 ਮਈ 1949 ਨੂੰ ਵਿਧਾਨ ਸਭਾ ਅਸੈਂਬਲੀ ਦੀ ਘੱਟ ਗਿਣਤੀਆਂ ਵਾਲੀ ਐਡਵਾਈਜ਼ਰ ਕਮੇਟੀ ਨੇ ਘੱਟ ਗਿਣਤੀ ਧਾਰਮਿਕ ਵਰਗਾਂ ਦੀ ਰਿਜ਼ਰਵੇਸ਼ਨ ਖਤਮ ਕਰਨ ਦਾ ਵੀ ਫੈਸਲਾ ਕਰ ਸਿਰਫ ਹਿੰਦੂ ਦਲਿਤ ਵਰਗਾਂ ਦੀ ਰਿਜ਼ਰਵੇਸ਼ਨ ਰਹੂਗੀ। ਸਿੱਖ ਦਲਿਤਾਂ ਨੂੰ ਇਸ ਰਿਆਇਤ ਤੋਂ ਬਾਹਰ। ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਦੇ ਮਸਲੇ ਵਾਂਗ ਹੀ ਕਾਂਗਰਸੀ ਆਗੂਆਂ ਨੇ ਰਾਜਾਂ ਦੇ ਪੁਨਰਗਠਨ ਬਾਰੇ ਵੀ ਪਹਿਲੀ ਪੋਜੀਸ਼ਨ ਤੋਂ ਮੋੜ ਕੱਟ ਲਿਆ। ਕਾਂਗਰਸ ਦੀ ਲੀਡਰਸ਼ਿਪ ਖਾਸ ਕਰਕੇ ਗਊ ਖੇਤਰ ਕੌ ਬੈਲਟ ਵੱਲੋਂ ਜਾਣੇ ਜਾਂਦੇ ਉੱਤਰੀ ਭਾਰਤ ਦੀ ਹਿੰਦੂ ਲੀਡਰਸ਼ਿਪ ਭਾਸ਼ਾ ਦੇ ਆਧਾਰ ਤੇ ਰਾਜਾਂ ਦੇ ਪੁਨਰਗਠਨ ਦੇ ਸਿਧਾਂਤ ਨਾਲ ਢਿੱਡੋਂ ਕਦੇ ਵੀ ਸਹਿਮਤ ਸੀ। ਹੁਣ ਉਧਰੋਂ ਵੀ ਜਦ ਗੱਲ ਹੋ ਗਈ ਨਿਬੜ ਗਈ ਗਊ ਖੇਤਰ ਜਿਹੜਾ ਸੀ ਉਹਦੇ ਨਾਲ ਵੀ ਉਹ ਸਹਿਮਤ ਨਹੀਂ। ਉੱਤਰੀ ਭਾਰਤ ਦੀ ਜਿਹੜੀ ਹਿੰਦੂ ਲੀਡਰਸ਼ਿਪ ਸੀ ਉਹ ਇੱਕ ਕੌ ਬੈਲਟ ਦੀ ਗੱਲ ਕਰਦੀ ਸੀ। ਭਾਜਪਾ ਦਾ ਜਿਹੜਾ ਜਜ਼ਬਾ ਦੱਖਣ ਦੇ ਵਿੱਚ ਵੀ ਕਾਇਮ ਸੀ ਬਹੁਤ, ਜਿੱਥੇ ਜਿਹਨਾਂ ਨੂੰ ਦੇਤਾ ਉਹਨਾਂ ਨੇ। ਤੇ ਕਾਂਗਰਸ ਦੇ ਨਾਗਪੁਰ ਦੇ ਸੈਸ਼ਨ 1920 ਚ ਜਿਵੇਂ ਪਹਿਲਾਂ ਦੱਸਿਆ ਰਾਜਾਂ ਦੀ ਭਾਸ਼ਾ ਦੇ ਆਧਾਰਿਤ ਨਵੀਂ ਹੱਦਬੰਦੀ ਕਰਨ ਦੀ ਗੱਲ ਕਰਤੀ ਸੀ। ਗਊ ਖੇਤਰ ਜਿਹੜਾ ਨੂੰ ਅੱਧ ਮੰਨੇ ਜੇ ਮਨ ਨਾਲ ਕਾਂਗਰਸੀ ਮੰਨਦੇ ਸੀ, ਪਰ ਇਹਦੇ ਤੇ ਵੱਡੀ ਗੱਲ ਸੀ ਜਦ ਅਲੱਗ-ਅਲੱਗ ਕੌਮੀਅਤ ਦੇ ਵਿਕਾਸਾਂ ਦੀ ਗੱਲ ਹੋਈ ਵੀ ਭਾਈ ਭਾਸ਼ਾ ਦੇ ਆਧਾਰ ਤੇ ਹੁਣ ਸੂਬੇ ਬਣ ਗਏ ਤੇ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਇਹ ਸੀ ਵੀ ਜਦ ਭਾਸ਼ਾ ਦੇ ਆਧਾਰ ਤੇ ਵੱਧ ਵਸੋਂ ਵਾਲੇ ਲੋਕ ਇੱਕ ਪਾਸੇ ਹੋ ਗਏ ਤਾਂ ਇਹਦਾ ਵੱਲੋਂ ਸਾਡਾ ਹੱਥ ਨਹੀਂ ਪੈਣਾ। ਹੋਏ ਰਾਜ ਭਾਗ ਤੇ ਜਦ ਕਬਜ਼ਾ ਹੋ ਗਿਆ ਤਾਂ ਉੱਤਰੀ ਭਾਰਤ ਦੀ ਕਾਂਗਰਸੀ ਲੀਡਰਸ਼ਿਪ ਜਿਹਦਾ ਸਰਗਣਾ ਮੇਨ ਪੰਡਿਤ ਜਵਾਹਰ ਲਾਲ ਨਹਿਰੂ ਸੀ ਉਹਨੇ ਟਾਲ ਮਟੋਲ ਕਰ ਦਿੱਤੀ। ਉਹ ਕਹਿੰਦਾ ਕੋਈ ਫਰਕ ਨਹੀਂ, ਕੋਈ ਆ ਸਵਰਾਜ ਹੈ, ਅਲੱਗ-ਅਲੱਗ ਕਰਨ ਦੀ ਕੀ ਹੈ। ਅੱਛਾ, ਪਰ ਦੱਖਣ ਦੇ ਕਾਂਗਰਸੀ ਆਗੂ ਆ ਸੁਣਿਆ ਤੁਸੀਂ ਸਾਬੀ ਸੀਤਾ ਜਿਹੜਾ ਰਮਈਆ ਸੀ 1948 ਚ ਕਾਂਗਰਸ ਦਾ ਕੁੱਲ ਪ੍ਰਧਾਨ ਸੀ, ਉਹਨੇ ਰੌਲਾ ਪਾ ਲਿਆ। ਉਹਨੇ ਦੱਖਣ ਚ ਫਿਰ ਭਾਸ਼ਾ ਦੇ ਆਧਾਰ ਤੇ 4 ਨਵੇਂ ਰਾਜ ਕੇਰਲਾ, ਕਰਨਾਟਕਾ, ਆਂਧਰਾ ਤੇ ਮਹਾਰਾਸ਼ਟਰ ਉਹਨੂੰ ਬਣਾਉਣਾ ਪਿਆ। ਉਹਨਾਂ ਸਿੱਖਾਂ ਦੀ ਪੰਜਾਬੀ ਸੂਬੇ ਦੀ ਦਾ ਮੰਗ ਜਿਹੜੀ ਰਾਹ ਬੰਦ ਕਰਨ ਦੇ ਮਨਸ਼ੇ ਨਾਲ ਅਪ੍ਰੈਲ 1949 ਚ ਕਾਂਗਰਸ ਵਰਕ ਕਮੇਟੀ ਵੱਲੋਂ ਫੈਸਲਾ ਕਰਤਾ ਕਿ ਉੱਤਰ ਦੇ ਵਿੱਚ ਕੋਈ ਨਵਾਂ ਰਾਜ ਨਹੀਂ ਅਸੀਂ ਬਣਾਉਣਾ। ਬਸ ਨਾ ਹੀ ਰਾਜਾਂ ਦੀਆਂ ਮੌਜੂਦਾ ਹੱਦਬੰਦੀਆਂ ਦੇ ਕੋਈ ਵਿੱਚ ਫੇਰ ਬਦਲ ਕਰਨਾ। ਕੋਈ ਵੀ ਤਜਵੀਜ਼ ਹੋਵੇ, ਚਾਹੇ ਇਹਦੇ ਤੇ ਇੱਕ ਬਹੁਤ ਖੁੱਲੀ ਬਹਿਸ ਰਹੀ ਹੈ ਕਿ ਕੀ ਸਾਨੂੰ ਵੱਡਾ ਪੰਜਾਬ ਹੀ ਚੰਗਾ ਸੀ, ਗੜਗਾਉਂ ਤੱਕ ਅਸੀਂ ਜਾਂਦੇ ਸੀ, ਇੱਧਰ ਲਾਹੌਲ ਸਪੀਤੀ ਤੱਕ ਜਾਂਦੇ ਸੀ। ਪਰ ਸਿੱਖ ਜਿਹੜੀਆਂ ਪਾਰਟੀਆਂ ਸੀ, ਖਾਸ ਤੌਰ ਤੇ ਅਕਾਲੀ ਦਲ ਦੀ ਗੱਲ ਕਰ ਲਓ, ਅੱਗੇ ਆ ਜਾਣਾ ਸਾਰਾ ਕੁਛ ਵੀ ਕਿਹਨੇ ਕੀ ਕੀਤਾ। ਉਹਨਾਂ ਨੂੰ ਇਹ ਸੀ ਵੀ ਐਡੀਆਂ ਵੱਡੀਆਂ ਗਿਣਤੀਆਂ 'ਚ ਸਾਡਾ ਕੁਛ ਨਹੀਂ ਹੋਣਾ। ਲੋਕ ਕੌਮ ਵੀ ਇਸ ਤਰ੍ਹਾਂ ਸੋਚਦੀ ਵੀ ਵੱਧਵੀਂ ਗਿਣਤੀ 'ਚ ਆ ਜਾਈਏ, ਸਾਡੀ ਆਪਣੀ ਅਸੈਂਬਲੀ ਹੋਊ, ਆਪਣਾ ਸੂਬਾ ਹੋਊ, ਅਸੀਂ ਆਪਣਾ ਭਲਾ ਗਣਾਂਗੇ। ਪਰ ਵੱਡਿਆਂ ਕਿਸ਼ਤੀ ਵਾਲੀਆਂ ਜਿਹੜੀਆਂ ਟੋਪੀਆਂ ਤੋਂ, ਵੱਡੇ ਲਟੇਰਿਆਂ ਤੋਂ ਥੱਲੇ ਆ ਕੇ ਆ ਫੜਿਆਂ ਜਿਹੜੇ ਫਾੜੀਆਂ ਵਾਲੀਆਂ ਪੱਗਾਂ ਦੇ ਥੱਲੇ ਲਟੇਰਿਆਂ ਦੇ ਇਹਨਾਂ ਕੋਲ ਆ ਗਏ। ਇਹਨਾਂ ਨੇ ਵੀ ਚਰੂੰਡ ਤੇ ਲੋਕ 60 ਸਾਲਾਂ ਉਹਨਾਂ ਨੂੰ ਆਮ ਲੋਕ ਨੂੰ ਕਿ ਉਹ ਇੱਕ ਵੱਡੇ ਪੰਜਾਬ 'ਚ ਰਹਿੰਦਾ ਜਾਂ ਉਹ ਆ ਪੰਜਾਬ ਹੋਣ ਵਾਲੇ ਪੰਜਾਬ 'ਚ ਰਹਿੰਦਾ, ਉਹਨੂੰ ਕੀ ਫਰਕ ਸੀ? ਉਹਨੂੰ ਕੋਈ ਫਰਕ ਨਹੀਂ ਸੀ। ਉਹਨੂੰ ਤਾਂ ਉਹ ਤਾਂ ਪਰਜਾ ਸੀ। ਰਾਜਿਆਂ ਨੂੰ ਪਤਾ ਸੀ, ਯਾਨੀ ਕਰਤਾਰ ਸਿੰਘ ਉਹਨਾਂ ਦੇ ਚੇਲਿਆਂ ਨੂੰ ਪਤਾ ਸੀ, ਬਾਦਲ ਵਰਗਿਆਂ ਨੂੰ ਗਾਹਾਂ ਨੂੰ ਵੀ ਕਰਨਾ ਕੀ ਹੈ, ਅਗਲਾ ਕੀ ਹੋਣਾ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਉਠਾਉਣੀ ਸ਼ੁਰੂ ਕੀਤੀ। ਮਾਸਟਰ ਤਾਰਾ ਸਿੰਘ ਨੇ ਅਗਸਤ 1948 ਨੂੰ ਦਿੱਲੀ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਵੱਲੋਂ ਰਸਮੀ ਤੌਰ ਤੇ ਐਲਾਨ ਕਰ ਦਿੱਤਾ। ਇਹ ਚੀਜ਼ ਇਹ ਮੰਗ ਨਿਕਲੀ ਤੇ ਪੰਜਾਬ ਦੀ ਆਰੀਆ ਸਮਾਜ ਪ੍ਰੈਸ ਨੇ ਉਹ ਫਿਰਕੂ ਤੂਫਾਨ ਮਚਾਇਆ। ਤੂੰ ਛੱਡੇ ਗੱਲ
ਬਾਰ-ਬਾਰ ਕੇ ਅਕਾਲੀ ਸਫਾਈਆਂ ਦੇ ਦਿੰਦੇ ਕਿ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਕਰਦੇ ਨੇ, ਸਿੱਖ ਸੂਬੇ ਦੇ ਨਹੀਂ। ਸਾਰੇ ਪੰਜਾਬੀ ਚ ਅਖਬਾਰ ਕੱਢਦੇ ਸੀ, ਸਾਰੇ ਪੰਜਾਬੀ ਬੋਲਦੇ ਸੀ ਜਿੰਨੇ ਸੀ ਜਲੰਧਰ ਵਾਲੇ ਅਖਬਾਰਾਂ ਵਾਲੇ। ਪਰ ਉਹ ਕਹਿੰਦੇ ਨਾ ਤਾਂ ਫਿਰਕੂ ਆ, ਭਾਸ਼ਾ ਦੇ ਆਧਾਰ ਤੇ ਸੀ, ਨਾ ਕਿ ਕੌਮ ਦੇ ਆਪਣੇ ਧਰਮ ਦੇ ਆਧਾਰ। ਆਰੀਆ ਸਮਾਜ ਪ੍ਰੈਸ ਪੰਜਾਬੀ ਸੂਬੇ ਨੂੰ ਕਹਿੰਦਾ ਸਿੱਖ ਰਾਜ ਹੈ, ਸਿੱਖਸਤਾਨ ਆ, ਸਿੱਖ ਹੋਮਲੈਂਡ ਹੈ ਤੇ ਖਾਲਿਸਤਾਨ ਦੀ ਮੰਗ ਕਰਕੇ ਇਹ ਮੰਗ ਉਹ ਕਰ 40ਵੀਆਂ ਦੇ ਵਿੱਚ ਆਜ਼ਾਦ ਪੰਜਾਬ ਤੇ ਸਿੱਖ ਸਟੇਟ ਸੰਬੰਧ ਦੇ ਜਿਹੜੇ ਫੈਸਲੇ ਦੇ ਗੱਲ ਹੋਈ ਉਹਦੀ ਪ੍ਰਸੰਗ ਚ ਟੁੱਟਵੇਂ ਹਵਾਲੇ ਦੇ ਕੇ ਹਿੰਦੂ ਵਰਗ ਅੰਦਰ ਤੁਸ ਪੈਦਾ ਕਰਨ ਦੇ ਬਹੁਤ ਮਾੜੇ ਯਤਨ ਨੇ ਇਸ ਪ੍ਰੈਸ ਨੇ। ਇਹ ਹਮਲਾ ਇੰਨਾ ਬਿਉਂਤਬੰਦ ਸੀ, ਜਿਹੜੀ 40ਵੀਆਂ ਦੀ ਗੱਲ, ਆਜ਼ਾਦ ਪੰਜਾਬ ਦੀ ਗੱਲ, ਸਿੱਖ ਸਟੇਟ ਦੀ ਗੱਲ, ਉਹਨੂੰ ਹੋਣ ਦੇ ਨਾਲ ਸਾਊਥ ਦੇ ਵਿੱਚ ਬਣ ਗਏ 4 ਰਾਜ। ਉਹ ਕਹਿੰਦੇ ਜਿਹਦਾ ਵਾਅਦਾ ਕੀਤਾ ਸੀ, ਤੁਹਾਨੂੰ ਪੜ੍ਹ ਕੇ ਸੁਣਾਇਆ ਸੀ 5 ਨੁਕਤੇ 20 ਵਿੱਚ, ਉਹਦੇ ਬਾਅਦ ਆ ਕੇ ਗੁਰੂ ਦੇ ਸਨਮੁਖ ਗਾਂਧੀ ਕਹਿ ਕੇ ਗਿਆ ਸੀਸਗੰਜ ਵੀ ਉਹ ਤੁਹਾਨੂੰ ਮੈਂ ਕਿ ਇਦੋਂ ਵੱਧ ਕੀ ਕਹਿ ਦੇਵਾਂ, ਮੈਂ ਤੁਹਾਡੇ ਸਨਮੁਖ ਕਹਿ ਰਿਹਾ ਗੁਰੂ। ਕੋਈ ਵੀ ਚੀਜ਼ ਹੈ ਜਿਹਨੂੰ ਜਿਹੜੀ ਤੁਹਾਨੂੰ ਪਸੰਦ ਨਹੀਂ। ਜਦ ਉਹਨਾਂ ਨੇ ਭਾਸ਼ਾ ਦੇ ਆਧਾਰ ਤੇ ਕਿਹਾ ਵੀ ਪੰਜਾਬੀ ਸੂਬਾ ਦੇ ਦਿਓ ਸਾਨੂੰ, ਤੇ ਪੰਜਾਬ 'ਚ ਉਸ ਸਮੇਂ ਰਹਿਣ ਵਾਲੇ 95% ਲੋਕ ਪੰਜਾਬੀ ਬੋਲਦੇ, ਹਾਲੇ ਵੀ ਬੋਲਦੇ ਆ। ਪਰ ਉਸ ਦੀ ਵਿਰੋਧਤਾ ਜਿਹੜੀ ਮਾਸ਼ਾ ਪ੍ਰੈਸ ਨੇ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਸਿੱਖਸਤਾਨ, ਖਾਲਿਸਤਾਨ ਤੇ ਸਿੱਖ ਹੋਮਲੈਂਡ। ਕੱਲ ਨੂੰ ਇੱਥੋਂ ਅੱਗੇ ਚੱਲਾਂਗੇ ਅਗਲੀ ਘੇਰਾਬੰਦੀ ਜਿਹੜੀ ਸਨ 47 ਤੋਂ ਬਾਅਦ ਕਿਵੇਂ ਹੋਈ। ਧੰਨਵਾਦ ਜੀ ਸਾਰਿਆਂ ਦਾ। ਆਸ ਹੈ ਕਿ ਮੈਂ ਇਹ ਸੈਗਮੈਂਟ ਤੁਹਾਡੇ ਲਈ ਵਧੀਆ ਪੇਸ਼ ਕਰ ਰਿਹਾ। ਬਹੁਤ ਸਿਆਣੇ ਹੋਣਗੇ ਉਸ ਸਮੇਂ ਦੇ ਜਿਨ੍ਹਾਂ ਦੀ ਪਕੜ ਹੋਏਗੀ। ਬਹੁਤ ਚੀਜ਼ਾਂ ਵੀ ਹੋਣਗੀਆਂ ਜਿਹੜੀਆਂ ਮੇਰੇ ਖਿਆਲ ਕਈ ਵਾਰ ਹੁੰਦਾ ਹੈ ਜਿਹੜੀ ਠੀਕ ਨਾ ਲੱਗੇ ਤੁਹਾਨੂੰ, ਪਰ ਇਸ ਤੇ ਆਪਾਂ ਮੁਲਾਂਕਣ ਕਰਾਂਗੇ। ਫਿਰ 2 ਦਿਨ 3 ਦਿਨ 4 ਦਿਨ ਲਾਵਾਂਗੇ, ਤੁਸੀਂ ਸ਼ਾਮਲ ਵੀ ਹੋਇਓ। ਜੇ ਹਰ ਰੋਜ਼ ਇਹ ਗੱਲ ਤੋਰ ਲਈ ਫਿਰ ਆਪਣਾ ਤੇ ਹੋਰ ਕੋਈ ਗੱਲ ਨਹੀਂ ਹੋਣੀ, ਅਗਲਾ ਘੰਟਾ ਇਸ ਤਰ੍ਹਾਂ ਲੰਘ ਜਾਣਾ। ਮੈਂ ਚਾਹੁੰਦਾ ਵੀ ਇਹ ਖਬਰ ਵੀ ਤੁਹਾਨੂੰ ਸੁਣਾਈ ਚੱਲਣਾ, ਸੈਗਮੈਂਟ ਵੀ, ਤੇ ਬਾਕੀ ਫਿਰ ਆਪਾਂ ਅਖੀਰਲੇ ਦਿਨਾਂ ਦੇ ਵਿੱਚ ਗੱਲ ਕਰਾਂਗੇ। ਲੰਬਰ ਨੇ ਘਰਾਂ ਦੀਆਂ ਕੀਮਤਾਂ ਕੰਸਟਰਕਸ਼ਨ ਦੇ ਵਿੱਚ ਇੰਨਾ ਕੁ ਕੰਮ ਚੱਕ ਦਿੱਤਾ ਹੈ ਕਿ ਨਾਰਮਲ ਘਰ ਵੀ $150-160 ਸਕੁਅਰ ਫੁੱਟ ਤੋਂ ਉੱਪਰ ਚਲੇ ਗਏ। ਅਲਟਰਨੇਟਿਵ ਲੋਕ ਸੋਚਣ ਲੱਗੇ ਵੀ ਲੰਬਰ ਦਾ ਬਦਲ ਕੀ ਹੈ। ਕੰਕਰੀਟ ਹਾਈ ਰਾਈਜ਼ਸ ਨੇ ਉਹ ਜਾਂਦੀਆਂ ਨੇ, ਜਿਹੜੇ ਕੌਂਡੋਜ਼ ਨੇ 6 ਸਟੋਰੀ 4 ਸਟੋਰੀ 5 ਸਟੋਰੀ, ਉਹਨਾਂ ਦੀ ਗੱਲ ਚੱਲ ਰਹੀ ਹੈ। ਜ਼ਮੀਨ ਪਹਿਲਾਂ ਮਹਿੰਗੀ ਹੈ, ਲੰਬਰ ਮਟੀਰੀਅਲ ਇੰਨਾ ਮਹਿੰਗਾ ਹੋ ਗਿਆ, ਜਿਹੜੀ $10-11 ਦੀ ਸ਼ੀਟ ਸੀ $90 ਤੋਂ $100 ਦੀ ਸ਼ੀਟ ਹੋ ਗਈ। 1000 ਗੋਲਡ ਫੀਟ ਜਿਹੜਾ ਮਟੀਰੀਅਲ 2x4 ਜਿਹੜਾ ਸਮਾਨ ਸੀ ਉਹ $400 ਦਾ ਰੇਂਜ ਸੀ, ਤੇ ਹੁਣ $2200 ਦਾ ਹੋ ਗਿਆ। 1800 ਸਕੁਅਰ ਫੁੱਟ ਦਾ ਡਿਊਪਲੈਕਸ ਆ ਜਿਹੜਾ ਐਡਮਿੰਟਨ ਦੀ ਇਹ ਖਬਰ ਹੈ, ਜਿਹੜਾ $25000 ਚ ਫਰੇਮ ਹੋ ਜਾਂਦਾ ਸੀ, 3 ਗੁਣਾ ਉਹਦੀ ਕੀਮਤ ਵਧ ਗਈ। ਹੁਣ ਉਹ $80000 ਚ ਹੋ ਰਿਹਾ, 1800 ਸਕੁਅਰ ਫੁੱਟ। ਤੋ ਕਿੱਥੇ ਗੱਲ ਚਲੇ ਗਈ? ਇਹ ਡਿਊਪਲੈਕਸ ਹੈ ਜਿਹਦੀਆਂ ਕੰਧਾਂ ਸਾਂਝੀਆਂ ਨੇ। ਘਰ ਦੇ ਵਿੱਚ 2018 ਦੇ ਵਿੱਚ $8 ਦਾ $9 ਦਾ ਜਿਹੜਾ ਨੰਬਰ ਸੀ 2018 ਦੇ ਫਸਟ ਵੀਕ ਦੇ ਵਿੱਚ, ਨਾ 2016 ਤੇ 17 ਦੇ ਵਿੱਚ 18 ਚੜ੍ਹਦਿਆਂ ਤੱਕ ਉਹ $14 $15 ਤੱਕ ਸਕੁਅਰ ਫੁੱਟ ਹੋਊਗਾ। ਜਿਵੇਂ ਜਿੰਨੇ ਸਕੁਅਰ ਫੁੱਟ ਘਰ $15 ਦੇ ਲੰਬਰ, ਜੇ 5000 ਸਕੁਅਰ ਫੁੱਟ ਘਰ ਆ 75000 ਦਾ ਲੰਬਰ, ਜਿਹੜਾ 40000 ਦਾ 17 ਚ। ਹੁਣ ਦੱਸ ਰਹੇ ਨੇ ਕੋਈ $25 ਕੋਈ $30 ਸਕੁਅਰ ਫੁੱਟ ਕਰ ਰਿਹਾ। ਇਹ ਹੋਇਆ ਕੀ? ਮਿਲਾਂ ਬੰਦ ਹੋ ਗਈਆਂ ਬ੍ਰਿਟਿਸ਼ ਕੋਲੰਬੀਆ ਚ, ਕਿਉਂਕਿ ਵੁੱਡ ਨਹੀਂ ਹੈ, ਲੌਗ ਨਹੀਂ ਹੈ। ਪਹਾੜਾਂ ਦੇ ਉੱਪਰ ਪਾਈਨ ਬੀਟਲ ਨੇ ਖਾ ਲਈਆਂ, ਤੇ ਉਹਦੇ ਬਾਅਦ ਅੱਗਾਂ ਇੰਨੀਆਂ ਲੱਗੀਆਂ, ਤੇ ਉਹਦੇ ਬਾਅਦ COVID-19 ਦੇ ਲਾਕਡਾਊਨ ਆ ਗਏ, ਪ੍ਰੋਡਕਸ਼ਨ ਖਤਮ ਹੋ ਗਈ। ਪ੍ਰੋਡਕਸ਼ਨ ਤੋਂ ਬਾਅਦ ਜਿਹੜੀ ਹੈ ਨੇ ਸਮਾਨ ਜਿਹਨੇ ਵੇਚਣਾ ਹੈ ਉਹਨੇ ਤਾਂ ਕਮਾਈ ਕਰਨੀ। ਫੈਂਸ ਆ ਜਿਹੜੀ 8-10 ਹਜ਼ਾਰ ਦੀ ਸੀ, ਹੁਣ ਉਹ 17-18 ਹਜ਼ਾਰ ਦੇ ਵਿੱਚ ਲੱਗਦੀ ਹੈ। ਉਹਦੇ ਬਾਅਦ ਜਿਹੜੀ ਵੱਡੀ ਚੀਜ਼ ਗੱਲ ਹੋਈ, ਜਿਹੜੀ ਲੋਕਲ ਇਸ਼ੂ ਜਿਹੜਾ ਮੈਂ ਤੁਹਾਡੇ ਨਾਲ ਵਿਚਾਰਨਾ ਚਾਹੁੰਦਾ, ਉਹ ਇੰਨਾ ਕੁ
ਜ਼ਿਆਦਾ ਹੋ ਗਿਆ, ਉਹਦੇ ਵਿੱਚ ਮਹਿੰਗਾਈ ਤਾਂ ਜਿਹੜੀ ਹੋ ਗਈ, ਚੋਰੀ ਬਹੁਤ ਹੋ ਰਹੀ ਹੈ ਮਟੀਰੀਅਲ। ਜਿਹੜੇ ਘਰ ਬਣਾ ਰਹੇ ਨੇ, ਹੁਣ ਤੁਸੀਂ ਦੇਖੋ ਘਰਾਂ ਦੇ ਆਲੇ ਦੁਆਲੇ ਕੈਮਰੇ ਕਿਵੇਂ ਲੱਗੇ ਨੇ। ਉਹ ਕੈਮਰੇ ਜਿਹੜੇ ਆ ਉਹ ਅੱਗੇ ਘਰਾਂ 'ਚ ਆਪਾਂ ਕਿੱਥੇ ਵੇਖੇ ਸੀ, ਪਹਿਲਾਂ ਖੁੱਲ੍ਹਾ ਸੀ, ਖੁੱਲਣ ਤੋਂ ਬਾਅਦ ਹੁਣ ਸਿਟੀ ਫੈਂਸ ਲਵਾਉਣ ਲੱਗੀ। ਫੈਂਸ ਤਾਂ ਕੱਖ ਵੀ ਨਹੀਂ, ਫੈਂਸ ਹੁੰਦੇ ਤਾਂ ਕੁਛ ਵੀ ਨਹੀਂ, ਫੈਂਸ ਚੱਕ ਕੇ ਪਰਾਂ। ਹੁਣ ਹਰ ਇੱਕ ਘਰ ਦੇ ਵੜਦੀ ਸਾਰੇ 8-8, 10-10 ਕੈਮਰੇ ਲਾਏ। ਕੈਮਰਿਆਂ ਨੂੰ ਕੀ ਕਰ ਲਓ ਤੁਸੀਂ, ਚੋਰੀ ਕੀਤੀ ਹੋਈ ਪਿਕਅਪ 'ਚ ਰੱਖੀ ਜਾਂਦੇ 2x4 ਪੁਲਿਸ ਨੂੰ ਦੱਸ ਦਿਓ ਵੀ ਆ ਮੇਰੇੋਂ ਚੱਕ ਕੇ ਲੈ ਜਾਓ, ਕਹਿੰਦੇ ਕੋਈ ਨਾ ਫੋਲੋ ਕਰੀ ਚੱਲੇ, ਬਸ ਇਹਦੇ ਨੇੜੇ ਨਾ ਜਾਈ ਤੂੰ, ਇਹ ਡੇਂਜਰਸ ਹੋ ਸਕਦਾ, ਫੋਲੋ ਹੈ। 2x4 ਜਿਹੜੀਆਂ ਨੰਬਰ ਚੋਰੀ ਪਹਿਲਾਂ ਵੀ ਹੁੰਦੀ ਹੈ, ਅੱਜ ਨਹੀਂ। ਚੋਰੀ ਤਾਂ 25-30 ਸਾਲ ਪਹਿਲਾਂ ਜਦ ਡਾਲਰ ਦੀ ਹੋਣੀ ਹੈ, ਜਦ ਵੀ ਚੋਰੀ ਕਰਦੇ ਸੀ ਦੇ ਨਾਂ ਨੇ। ਹੁਣ ਉਹ ਕਹਿੰਦੇ ਵੀ ਜਿੱਧਰ ਗੇੜਾ ਹੱਥ ਨੇ ਦੇ ਗਏ, ਉਹ ਕਹਿੰਦਾ ਵੀ ਸਵੇਰੇ ਗਈ ਲੈ ਲੰਬਰ। ਬਹੁਤ ਚੋਰੀ ਦਾ ਸਮਾਨ, ਵੱਡੀਆਂ ਵੱਡੀਆਂ ਕੰਸਟਰਕਸ਼ਨ ਸਾਈਟਾਂ ਤੇ ਚੋਰੀ ਦੇ ਨੰਬਰ ਬਣੇ ਬਣਾਏ ਜਿਹੜੇ ਨੇ, ਪੂਰੇ ਦੇ ਪੂਰੇ ਟ੍ਰੇਲਰ, ਉਹਦੇ ਬਾਅਦ ਗ੍ਰੇਨਾਈਟ, ਟਾਈਲਾਂ, ਪਤਾ ਹੀ ਨਹੀਂ ਕੀ। ਤੇ ਮਤਲਬ ਕਹਾਣੀ ਜਿਹੜੀ ਹੈ, ਜਿਹੜੀ ਅੰਦਰ ਵਸੀ ਆ ਭੁੱਖ ਜਿਹੜੀ, ਉਹਨੂੰ ਤੁਸੀਂ ਕਿੱਥੋਂ ਹਟਾ ਲਓਗੇ? ਤੇ ਉਹ ਭੁੱਖ ਕਦੇ ਹਟ ਜੂ ਵੀ ਤੁਹਾਡੇ ਕੋਲ ਅੱਜ 100 ਮਿਲੀਅਨ ਡਾਲਰ ਹੋ ਗਿਆ? ਭੁੱਖ ਨਾ, ਜ਼ਿੰਦਗੀ ਤੁਸੀਂ ਓਕਣੇ ਬਸਰ ਕਰਨੀ ਹੈ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਕਰਦੇ ਸੀ, ਉਸ ਤਰ੍ਹਾਂ। ਹੁਣ ਜਿਹੜੇ ਕੰਸਟਰਕਸ਼ਨ ਕਰਦੇ ਨੇ, ਪਲੀਜ਼ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਉਹ ਫੋਨ ਅੱਜ ਕਰਿਓ 1844 247 1550। ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਵਧੀ ਹੋਈ ਲੰਬਰ ਨੇ ਕੀ ਮੁਸ਼ਕਲਾਂ ਪੈਦਾ ਕੀਤੀਆਂ? ਅਲਟਰਨੇਟਿਵ ਕੀ ਹੈ? ਕੀ ਸਟੀਲ ਸਟਰਕਚਰ ਦੀ ਸੋਚ ਰਹੇ ਹੋ ਤੁਸੀਂ? ਨਵੇਂ ਜਿਹੜੀ ਇਨੋਵੇਸ਼ਨ ਵਾਲੇ ਨਵੇਂ ਬੰਦੇ ਨੇ ਜਿਹੜੇ ਘਰਾਂ ਤੇ ਤਜਰਬਾ ਕਰਦੇ ਨੇ, ਕੀ ਸਟੀਲ ਸਟਰਕਚਰ ਦੇ ਘਰ ਜਿਹੜੇ ਨੇ ਉੱਪਰ ਵੀ ਬੀਮ ਪਾਉਂਦੇ ਆ, ਬੀਮ ਵੀ ਉਨੇ ਚੌੜੇ ਨੇ, ਕੀ ਸਟੀਲ ਸਟਰਕਚਰ ਦੇ ਨਾਲ ਘਰ ਬਣਨੇ ਸ਼ੁਰੂ ਹੋ ਗਏ? ਸਟੀਲ ਸਸਤੀ ਹੈ, ਉਹਦੀ ਫੈਬਰੀਕੇਸ਼ਨ ਜਾਂ ਜਿਹੜੀ ਇਰੈਕਟ ਕਰਨਾ ਉਹਨੂੰ, ਉਹ ਸੌਖਾ ਹੈ? ਕਰੇਨ ਕਰੂਨ ਦਾ ਖਰਚਾ ਜਿਹੜਾ ਉਹ ਫੀਜ਼ੇਬਲ ਹੁੰਦਾ ਹੈ? ਨੰਬਰ ਨੇ ਕਿੰਨਾ ਕੁ ਫਰਕ ਪਾਇਆ? 184424711550 ਫੋਨ ਕਰਕੇ ਦੱਸੋ। ਜਗਮੇਲ ਸਿੰਘ ਜੀ, ਲਾਈਨ ਨੰਬਰ 3। ਲਾਈਨ ਨੰਬਰ 3 ਨਹੀਂ ਪਹੁੰਚਦਾ ਜੀ ਤੁਹਾਡੇ ਤੱਕ। ਭਾਈ ਜੀ ਆਵਾਜ਼ ਮੇਰੇ ਤੱਕ ਪਹੁੰਚ ਰਹੀ ਹੈ ਜੀ ਤੁਹਾਡੀ, ਦੱਸੋ। ਅੱਛਾ, ਮੈਂ ਕਿਹਾ ਹੰਗਾਰਾ ਹੀ ਨਹੀਂ ਭਰਿਆ। ਚਲੋ ਖੈਰ, ਮੈਂ ਕਈ ਵਾਰੀ ਇੱਥੇ ਹੁੰਦਾ ਹੈ। ਸਵਾਲ ਹੈ ਜਿਹੜਾ ਥੋੜਾ ਲੇਟੈਸਟ ਸਵਾਲ ਹੈ, ਉਹਦੇ ਨਾਲ ਤਾਂ ਮੇਰਾ ਕੰਸਰਨ ਨਹੀਂ। ਜਿਹੜੀ ਪਹਿਲੀ ਗੱਲ ਤੁਸੀਂ ਕਰ ਰਹੇ ਸੀ ਨਾ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ 2 ਮਿੰਟ ਲਾ ਕੇ ਉਹ ਤੇ ਦੱਸ ਦਿਓ ਕੁਛ। ਦੱਸ ਦਿਓ ਜੀ, ਜਦ ਹੁਣ ਵੇਟ ਕਰ ਰਹੇ ਹੋ ਦੱਸ ਦਿਓ, ਦੱਸੋ। ਲਓ ਫਿਰ, ਗਿਆਨੀ ਕਰਤਾਰ ਸਿੰਘ ਵਰਗਾ ਹੋਣਾ ਲੀਡਰ ਬਹੁਤ ਔਖਾ ਹੈ, ਔਰ ਸਿੱਖ ਜਿਹੜਾ ਹਰ ਇੱਕ ਨੂੰ ਪਿਆਰ ਕਰਦਾ ਹੈ। ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ਕੋਈ ਜਾਤ ਹੋਵੇ, ਕੋਈ ਰੰਗ ਹੋਵੇ, ਕੋਈ ਧਰਮ ਹੋਵੇ, ਸਾਰਿਆਂ ਨੂੰ ਖੁੱਲ੍ਹ ਆਉਣ ਦੀ ਕੋਈ ਇਤਰਾਜ਼ ਨਹੀਂ ਕਰ ਸਕਦਾ। ਇੱਥੇ ਲੰਗਰ ਸਾਰੇ ਛਕ ਸਕਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰਿਆਂ ਵਾਸਤੇ ਸਾਂਝਾ ਸੀ, ਹਿੰਦੂ, ਮੁਸਲਿਮ, ਸਿੱਖ ਸਾਰਿਆਂ ਵਾਸਤੇ, ਔਰ ਈਸਾਈ। ਹੁਣ ਸਵਾਲ ਇਸ ਚੀਜ਼ ਦਾ ਵੀ ਜਿਹੜੀ ਮਦਦ ਬਾਹਰਲੇ ਦੇਸ਼ਾਂ 'ਚੋਂ ਜਾ ਰਹੀ ਹੈ, ਕੀ ਉਹ ਘੱਟ ਗਿਣਤੀਆਂ ਨੂੰ ਮਿਲੂਗੀ? ਇੱਕ ਸਵਾਲ। ਦੂਜਾ, ਜਿੱਥੇ ਰੰਜਨ ਗੋਗੋਈ ਵਰਗੇ ਚੀਫ ਜਸਟਿਸ ਵਰਗੇ ਉੱਥੇ ਆਸਥਾ ਦੀ ਗੱਲ ਕਰਨ, ਉਹ ਵੇਲਾ ਚਲਿਆ ਗਿਆ ਜਦੋਂ ਫੌਜ ਦੇ ਵਿੱਚ ਸਿੱਖ ਰੈਂਕਸ ਜਿਹੜੇ ਹੈ, ਕਰਨਲ, ਲੈਫਟੀਨੈਂਟ ਕਰਨਲ, ਕਰਨਲ, ਬ੍ਰਿਗੇਡੀਅਰ, ਮੇਜਰ ਜਨਰਲ, ਲੈਫਟੀਨੈਂਟ ਜਨਰਲ, ਬੜੀ ਭਾਰੀ ਗਿਣਤੀ ਸਾਰੇ। ਇੱਕ ਸਮਾਂ ਆਇਆ ਜਦੋਂ ਇੰਦਰਾ ਗਾਂਧੀ ਨੇ ਉਹ ਸੋਚ ਬਣਾ ਲਈ ਉਹਦੀ RSS ਵਾਲੀ, ਉਹਨੇ ਦੇਖ ਲਓ ਜਿਹੜੇ ਸਿੱਖਾਂ ਦੇ ਆਹੂ ਲਾਏ, ਸਾਰਿਆਂ ਨੂੰ ਪਤਾ, ਮੈਂ ਨਹੀਂ ਕਹਿੰਦਾ, ਦਰਬਾਰ ਸਾਹਿਬ ਤੇ ਹਮਲਾ। ਔਰ ਉਸ ਤੋਂ ਬਾਅਦ ਸਾਡੇ ਜਿਹੜੇ ਨਾਲ ਰਲ ਗਏ ਉਹ ਦੇਖ ਲਓ। ਅੱਜ ਜਿਹੜੇ ਅਸੀਂ ਆਪਣੇ ਆਪ ਨੂੰ ਸਿੱਖ ਆਉਂਦੇ ਆ ਨਾ, ਸਿੰਘ ਤੇ ਕੌਰ ਆਪਦੇ ਨਾਲ ਲਾਉਣੋਂ ਸੰਗਦੇ ਆ, ਤੇ ਸ਼ਹਿਰੀ ਸਿੱਖ ਜਿਹੜਾ ਉਹ ਹਿੰਦੀ ਨੂੰ ਤਰਜੀਹ ਦੇ ਰਿਹਾ ਪੰਜਾਬੀ ਤੋਂ। ਹੁਣ ਸਵਾਲ ਇਸ ਚੀਜ਼ ਹੈ ਕਿ ਜਿਹੜੀ ਕਿਸਾਨ ਜਥੇਬੰਦੀ ਹੈ ਨਾ, ਉਸ ਨੇ ਇਹ ਗੱਲ ਮੁੜ ਕੇ ਦੁਹਰਾਤੀ ਕਿ ਸਾਰੇ ਇਕੱਠੇ ਹੋ ਗਏ ਇੱਕ ਥਾਂ, ਤੇ ਮੋਦੀ ਉਹਨਾਂ ਦਾ ਲੱਕ ਟੁੱਟ ਗਿਆ।
ਆਉਣ ਵਾਲਾ ਸਮਾਂ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਇੱਕ ਹੋਰ ਹੀ ਤਰ੍ਹਾਂ ਦੀ ਹਕੂਮਤ ਆਊਗੀ ਜਿਹੜੀ ਲੋਕਾਂ ਦੀ ਭਲਾਈ ਕਰੂਗੀ। ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਜੀ। 100 ਸਾਲਾਂ ਦਾ ਇਤਿਹਾਸ 1 ਮਿੰਟ 'ਚ ਤੁਸੀਂ ਸੁਣਾ ਗਏ। ਗਿਆਨੀ ਕਰਤਾਰ ਸਿੰਘ ਦੀ ਸਾਦਗੀ, ਗਿਆਨੀ ਕਰਤਾਰ ਸਿੰਘ ਦਾ ਕਰਪਟ ਨਾ ਹੋਣਾ ਇੱਕ ਉਹਦੀ ਜ਼ਿੰਦਗੀ ਦੀ ਕੁਆਲਿਟੀ ਹੋ ਸਕਦੀ ਹੈ। ਕੌਮੀ ਮਸਲਿਆਂ ਤੇ ਉਹਨੇ ਕੀ ਕੁਝ ਕੀਤਾ ਹੈ, ਕਿਵੇਂ ਵਿਰੋਧਤਾ ਹੋਈ, ਇਹਦੀ ਵੀ ਗੱਲ ਗਾਂ ਜਾ ਕੇ ਕਰਾਂਗੇ ਕਿਸੇ ਦਿਨ। ਗਿੱਲ ਸਾਹਿਬ, ਲਾਈਨ ਨੰਬਰ 4। ਅੱਛਾ ਜੀ, ਇਹ ਪਹਿਲੇ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹੋਣਗੇ। ਧੰਨਵਾਦ। ਅੱਛਾ, ਜਿਹੜੀ ਕੰਸਟਰਕਸ਼ਨ ਇੰਡਸਟਰੀ ਨਾਲ ਸੰਬੰਧਿਤ ਹੁਣ ਜਿੰਨੇ ਹੋ ਪਲੀਜ਼ ਇਹਦਾ ਇੱਕ ਅੱਜ ਆਪਾਂ ਗੱਲ ਇਸ ਤੇ ਕਰਨੀ ਆ ਵੀ ਜਿਹੜੇ ਵਧੇ ਖਰਚੇ ਨੇ ਉਹ ਵਧੇ ਖਰਚੇ ਕਿਹਦੀ ਜੇਬ ਤੋਂ ਜਾਣੇ ਨੇ? ਬਾਹਰ ਦੇ। ਜਿਹੜਾ ਇੱਕ ਬਿਲਡਰ ਦਾ ਮਾਰਜਨ ਹੈ ਉਹ 20-50 ਹਜ਼ਾਰ, ਹਾਲਾਂਕਿ ਉਹ 6 ਮਹੀਨੇ ਜਿਹੜਾ ਝਾੜੂ ਫੇਰਦਾ ਉਹਦਾ ਹੀ $50,000 ਹੈ। ਇੰਨੇ ਤੇ ਹੀ ਘਰ ਅੱਗੇ ਪਿੱਛੇ ਕਰਕੇ ਅਗਲਾ ਕਹਿੰਦਾ ਤੂੰ ਇਹਦੇ ਤੋਂ ਨਿਬੇੜ, ਅਗਲੇ ਤੇ ਚੱਲ ਜਾ। ਅਗਲੇ 'ਚ ਵੀ ਉਹੀ ਹਾਲ ਹੁੰਦਾ। ਕੀ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਕੰਟਰੋਲ 'ਚ ਆਊ। ਤੁਹਾਡੀ ਲੰਬਰ ਦੀ ਪ੍ਰਾਈਸ ਜਿਹੜੀ ਘਟ ਜੂ ਨਹੀਂ, ਪਰ ਇਹਦੇ ਨਾਲ ਅਲੱਗ ਹੋਰ ਕੀ ਕੀਤਾ? ਕੀ ਇਹਦਾ ਅਲਟਰਨੇਟਿਵ ਹੈ? ਕੀ ਹੋ ਸਕਦਾ? ਜਿਹੜੀ ਸਟੀਲ ਸਟਰਕਚਰ ਹੈ ਉਹ ਘਰ ਉਹ ਹੈਵੀ ਨਹੀਂ ਹੋਣਗੇ, ਜਾਂ ਵਾਲਸ ਤਾਂ ਜਿਹੜੀਆਂ 2x4 ਨੇ ਇਹ ਤਾਂ ਥੱਲਿਓਂ ਲਿਜਾ ਕੇ ਉੱਪਰੋਂ ਟਰੱਸਸ ਦੇ ਨਾਲ ਬੰਨ ਦਿੰਦੇ ਨੇ, ਉਹਨਾਂ ਨੂੰ ਨਹੀਂ ਹਿਲਦੀਆਂ ਥੱਲਿਓਂ ਵੀ। ਜੇ ਤੁਸੀਂ ਵੇਖਦੇ ਹੋ ਥੱਲੇ ਥੋੜੀ ਜਿਹੀ ਫੁਟਿੰਗ ਹੈ ਜਿਹੜੀ, ਚਲੋ ਜੇ 3 ਸਟੋਰੀ ਹੈ ਫਿਰ ਤਾਂ ਵਾਹਵਾ ਹੋ ਜਾਂਦੀ ਹੈ, 5-7 ਫੁੱਟ ਹੋ ਜਾਂਦੀ ਹੈ। ਪਰ ਜੇ ਦੇਖਿਆ ਜਾਵੇ ਜਿਹੜੀ ਸੈਲਫ ਲੋਡਿੰਗ ਦਾ ਸਿਸਟਮ ਹੈ ਜਾਂ ਜਿੱਥੇ ਲੋਡ ਵੇਅਰਿੰਗ ਜਿਹੜੀਆਂ ਨਾਨ ਲੋਡ ਵੇਅਰਿੰਗ ਵਾਲਸ ਨੇ ਉਹਦਾ ਤਾਂ ਕੁਝ ਵੀ ਹੈ ਨਹੀਂ। ਉਹ ਤਾਂ ਸਿੰਪਲ ਛੋਟੀ ਵੀ ਹੋ ਜਾਂਦੀ ਹੈ, ਵੱਡੀ ਵੀ ਹੋ ਜਾਂਦੀ ਹੈ। ਜਿੱਥੇ ਬੀਮ ਵਗੈਰਾ ਨੇ ਜਾਂ ਉੱਪਰੋਂ ਇਹ ਵੀ ਇੱਕ ਬਹੁਤ ਵਧੀਆ ਹੋ ਗਈ ਗੱਲ ਵੀ ਸਟਰਕਚਰ ਜਿਹੜਾ ਤੁਸੀਂ ਘਰ ਦਾ ਡਿਜ਼ਾਈਨ ਕਰਾਉਣਾ, ਸਟਰਕਚਰ ਇੰਜੀਨੀਅਰ ਹੈ ਜਿਹੜਾ ਉਹਨੂੰ ਵੀ ਪਤਾ ਹੋਵੇ। ਕਈ ਤਾਂ ਬੀਮ ਐ ਠੋਕਦੇ ਆ ਵੀ ਜਿਵੇਂ ਉੱਥੇ 10 ਮੰਜ਼ਿਲਾਂ ਪਾਉਣੀਆਂ ਹੁੰਦੀਆਂ ਨੇ। ਪਰ ਇਹਦੇ 'ਚ ਇਹ ਜਿਹੜੀ ਕੀਮਤ ਵਧੀ ਹੈ, ਜਿਹੜੀ ਅੱਜ ਦੀ CBC ਨੇ ਇਹਨੂੰ ਕਵਰ ਕੀਤਾ ਹੈ ਕਿ ਇੱਕ 1800 ਸਕੁਅਰ ਫੁੱਟ ਦਾ ਡਿਊਪਲੈਕਸ ਆ ਜਿਹੜਾ ਉਹਦੀ ਫਰੇਮਿੰਗ 25,000 ਜਿਹੜੀ ਐਡਮਿੰਟਨ 'ਚ ਹੁੰਦੀ ਸੀ ਉਹ ਹੁਣ 80,000 'ਚ ਹੋ ਗਈ। 75,000 $55,000 ਇੱਕ ਚੀਜ਼ ਹੈ। ਬਾਕੀ ਚੀਜ਼ਾਂ ਵੀ ਮਹਿੰਗੀਆਂ ਹੋਈਆਂ ਨੇ, ਕੱਲੀ ਲੰਬਰ ਨਹੀਂ, ਬਾਕੀ ਚੀਜ਼ਾਂ ਵੀ ਮਹਿੰਗੀਆਂ ਹੋਈਆਂ। ਘਰ ਜਿਹੜਾ ਐਵਰੇਜ ਜਿਹੜਾ ਕਦੇ $80-90 ਦੇ ਵਿੱਚ ਬਿਲਡਰ ਫਿਨਿਸ਼ ਕਰਦੇ ਤੇ ਕਸਟਮ ਮੇਡ ਘਰ $150 ਜਾਂਦਾ ਸੀ, ਹੁਣ ਆਮ ਘਰ $160-70 'ਚ। ਕਸਟਮ ਮੇਡ ਤਾਂ ਘਰ ਜਾਣਾ 250 ਤੋਂ ਲੈ ਕੇ 250-300 ਸਕੁਅਰ ਫੁੱਟ ਤੋਂ ਸੋ। ਇਹ ਵੀ ਖਿਆਲ ਰੱਖਿਓ, ਕਈਆਂ ਨੂੰ ਲੱਗਦਾ ਹੁੰਦਾ ਕਿ ਘਰ ਮੇਰਾ ਮਹਿੰਗਾ ਹੋ ਗਿਆ, ਪਰ ਇਹ ਵੇਖ ਲਿਓ ਵੀ ਉਹਨੂੰ ਵੇਚ ਕੇ ਜਦ ਅੱਗੇ ਬਣਾਉਣਾ ਲੈਂਡ ਦੀ ਵੈਲਿਊ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਦੀ ਵੈਲਿਊ ਤੇ 2 ਸਾਲ ਜਿਹੜਾ ਸਮਾਨ ਗੱਡੇ 'ਚ ਪਿਆ ਰਹਿਣਾ ਉਹਦਾ ਵੀ ਉਹ ਵੀ ਨਾਲ, ਕਿਉਂਕਿ ਹੁਣ 2 ਸਾਲ ਦਾ ਕੰਸਟਰਕਸ਼ਨ ਦਾ ਇਹ ਪ੍ਰੋਜੈਕਟ ਹੋ ਗਿਆ। 6 ਮਹੀਨੇ ਤਾਂ ਤੁਹਾਨੂੰ ਪਰਮਿਟ ਨਹੀਂ ਮਿਲਦੇ, ਉਹਦੇ ਬਾਅਦ ਸਾਲ ਘੱਟੋ ਘੱਟ ਕੰਸਟਰਕਸ਼ਨ। ਜਸਪ੍ਰੀਤ ਸਿੰਘ, ਲਾਈਨ ਨੰਬਰ 4। ਜਸਪ੍ਰੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਜੀ ਰੂਫਿੰਗ ਦਾ ਕੰਮ ਕਰਦੇ ਆ, ਸਾਡਾ ਰੂਫਿੰਗ ਦਾ ਬਿਜ਼ਨਸ ਆ। ਤੇ ਨੰਬਰ ਦਾ ਪ੍ਰਾਈਸ ਤਾਂ ਏਦਾਂ, ਜਦੋਂ ਅਸੀਂ ਇੱਕ ਘਰ ਦੇ ਰੀਰੂਫ ਦੀ ਪ੍ਰਾਈਸ ਦਿੱਤੀ ਸੀ $40 ਦੀ ਇੱਕ ਅਪਲਾਈ ਸੀਗੀ ਜੀ। ਤੇ ਅੱਛਾ ਜੀ। ਜਦੋਂ ਹੁਣ ਘਰ ਕਰਨਾ ਆ ਤੇ ਇੱਕ ਅਪਲਾਈ ਦਾ ਪ੍ਰਾਈਸ ਹੋ ਗਿਆ $70 ਜੀ। ਟੋਟਲ ਦੇਖਿਆ ਜਾਵੇ ਤਾਂ $3000 ਵੱਧ ਬਣੀ ਜਾਂਦਾ। ਜਿੱਦਾਂ ਜੇ ਹੁਣ ਕਸਟਮਰ ਨੂੰ ਦੱਸਦੇ ਆ ਕਿ ਇੰਨੀ ਅਪਲਾਈ ਦਾ ਰੇਟ ਵੱਧ ਗਿਆ, ਇੰਨਾ ਵੱਧ ਹੋ ਗਿਆ, ਤਾਂ ਫਿਰ ਉਹ ਕਹਿੰਦੇ ਕਿ ਇੰਨਾ ਕਿਵੇਂ ਵੱਧ ਗਿਆ ਜੀ। ਐਂਡ ਤੇ ਤਾਂ ਜੀ ਜੇ ਬਾਇਰ ਤੇ ਹੀ ਪੈਣਾ ਆ। ਥੋੜਾ ਜਿਹਾ ਕੰਸਟਰਕਸ਼ਨ ਜੇ ਨਹੀਂ ਕਰਦੇ ਵੀ ਆਪਣਾ ਕੰਮ ਸਲੋ ਹੁੰਦਾ, ਪ੍ਰਾਈਸ ਤਾਂ ਪਹਿਲਾਂ ਹੀ ਆਉਣਾ ਆ। ਸੋ ਫਿਰ ਹੁਣ ਅੱਗੇ ਨੂੰ ਇਹਦਾ ਮਤਲਬ ਯਾਨੀ ਰੂਫਿੰਗ ਦੇ ਵੀ ਖਰਚੇ ਤੁਹਾਡੇ, ਰੂਫਿੰਗ ਦਾ ਮਟੀਰੀਅਲ ਜਸਪ੍ਰੀਤ ਵੀ ਮਹਿੰਗਾ ਹੋਇਆ? ਹਾਂਜੀ ਜੀ, ਹਾਂਜੀ। ਜਿੱਦਾਂ ਪਿਛਲੇ 4-5 ਮਹੀਨੇ ਪਹਿਲਾਂ 15% ਚੱਕਦਾ ਜੀ, ਆ ਪਿਛਲੇ ਮਹੀਨੇ ਫੇਰ ਹੁਣ 15% ਚੱਕਦਾ ਜੀ। ਅੱਗੇ ਪ੍ਰਾਈਸਾਂ ਵੱਧ ਨਹੀਂ ਰਹੀਆਂ, ਪਰ ਜਿਹੜਾ ਆਪਣਾ ਮਟੀਰੀਅਲ ਆ ਉਹ ਵਧੀ ਜਾਂਦਿਆ। ਇਹਦਾ ਮਤਲਬ ਅੱਗੇ ਹੁਣ ਤੁਹਾਨੂੰ ਪ੍ਰਾਈਸ ਵਧਾਉਣੀ ਓ ਪੈਣੀ ਆ, ਹੋਰ ਕੋਲੋਂ ਕਿਵੇਂ ਪਾਓਗੇ?
ਹਾਂਜੀ ਤੁਹਾਨੂੰ ਪਤਾ ਹੀ ਹੈ ਜੀ, ਸਰੀ 'ਚ ਆਪਣੇ ਕਈ ਕੰਸਟਰਕਸ਼ਨ ਵਾਲੇ ਇਦਾਂ ਜੀ ਉਹ ਤਾਂ ਫ੍ਰੀ 'ਚ ਕਰਨ ਨੂੰ ਫਿਰਦੇ ਆ। ਆਪਾਂ ਜੇ ਵਧੀਆ ਕੰਮ ਕਰਨਾ ਫਿਰ ਜਿੰਨੀ ਪ੍ਰਾਈਸ ਦਿੰਨੇ ਆ ਆਪਣੇ ਗੋਰੇ ਤਾਂ ਕਰਾ ਦਿੰਦੇ ਆ, ਪਰ ਆਪਣੇ ਬੰਦੇ ਤਾਂ ਇੰਨੀ ਪ੍ਰਾਈਸ ਦੇ ਕੇ ਰਾਜੀ ਨਹੀਂ ਹੈਗੇ ਜੀ। ਧੰਨਵਾਦ ਜੀ, ਥੈਂਕ ਯੂ। ਉਹ ਮਟੀਰੀਅਲ ਜਿਹੜਾ ਮਤਲਬ ਜੇ ਤੁਹਾਨੂੰ ਹੁਣ ਇਹ ਆਪਣੇ ਕੰਸਟਰਕਸ਼ਨ ਆਪਣੀ ਕੰਪਨੀ ਹੋਣੀ ਹੈ, ਜੇ 9 ਤੋਂ ਦੇਖੀਏ ਉਹਨਾਂ ਦਾ ਕੰਸਟਰਕਸ਼ਨ ਮੈਨੇਜਰ ਹੈ ਗਿਆਤ ਬੈਬਕੌਕ, ਉਸਨੇ ਇਹ ਦੱਸਿਆ, ਉਹ ਕਹਿੰਦਾ ਚੋਰੀ, ਕਹਿੰਦਾ ਲੱਖ ਡਾਲਰ ਦਾ ਲੰਬਰ ਸਾਡੇ ਘਰਾਂ ਤੋਂ ਚੋਰੀ ਹੋ ਜਾਂਦਾ ਤੇ ਜਿਹੜੀਆਂ ਸਾਡੀਆਂ ਵੱਡੀ ਕੰਪਨੀਆਂ 5-7 ਸਾਡੀ ਕੰਸਟਰਕਸ਼ਨ ਨੇ ਉੱਥੋਂ ਚੋਰੀ, ਇੱਥੋਂ ਵੀ ਆਪਣੇ ਉਹ ਵੀ ਇੱਥੋਂ ਲੰਬਰ ਚੋਰੀ ਹੁੰਦਾ। ਲੋਕਾਂ ਦੇ ਅਕਸਰ ਫੋਨ ਆਉਂਦੇ ਨੇ ਕਿ ਚੱਕ ਕੇ ਲੈ ਜਾਂਦੇ ਨੇ। ਮਨਵੀਰ ਗਰੇਵਾਲ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਮਨਵੀਰ। ਹਾਂਜੀ, ਮੈਂ ਆਪਣੀ ਦੱਸਣਾ ਜਿਹੜੇ ਆਪਣੇ ਹੁਣ ਸਟੀਲ ਸਟੱਡ ਦਾ ਜੇ ਆਪਾਂ ਟ੍ਰੇਨਿੰਗ ਵਾਈਜ਼ ਦੇਖੀਏ ਉਹ ਵੀ ਕਾਸਟ ਤਾਂ ਬਿਲਕੁਲ ਘੱਟ ਰਹੀ ਆ, ਪਰ ਜੇ ਆਪਾਂ ਬਾਈ ਟ੍ਰੇਡਮੈਨ ਦੇਖੀਏ ਜਿਵੇਂ ਹੁਣ ਜੇ ਪਲੰਬਰ ਆ ਉਹਦਾ ਮਟੀਰੀਅਲ ਟੋਟਲੀ ਡਿਫਰੈਂਟ ਹੋ ਜਾਂਦਾ ਸਟੀਲ ਸਟੱਡ ਦੇ ਵਿੱਚ। ਜਿਵੇਂ ਸਾਡੀ ਹੁਣ FT4 ਤੋਂ FT6 ਵਾਇਰ ਪੈਣੀ ਆ, ਉੱਥੇ ਕਾਸਟ ਡਬਲ ਹੋ ਜਾਂਦੀ। ਕਾਸਟ ਵਾਈਜ਼ ਮੇਰੇ ਹਿਸਾਬ ਨਾਲ ਸਟੀਲ ਸਟੱਡ ਫਰੇਮਿੰਗ ਦੂਜੀ ਵੁੱਡ ਫਰੇਮਿੰਗ ਨਾਲੋਂ ਮਹਿੰਗਾ ਓਵਰਆਲ ਕਾਸਟ ਘੱਟ ਦੇ ਵਿੱਚ। ਪਰ ਜਿਹੜੀ ਹੁਣ ਲੰਬਰ ਦੀ ਕਾਸਟ ਆ, ਚਲੋ ਕਾਸਟ ਤਾਂ ਹੁਣ ਆਪਾਂ ਇਹਨੂੰ ਥੱਲੇ ਤਾਂ ਲਿਆ ਨਹੀਂ ਸਕਦੇ ਕਿਉਂਕਿ ਗਵਰਨਮੈਂਟਾਂ ਇੱਕ ਪਾਸੇ ਤਾਂ ਅਫੋਰਡੇਬਿਲਿਟੀ ਦੀ ਗੱਲ ਕਰਦੀਆਂ, ਦੂਜੇ ਪਾਸੇ ਕੋਈ ਕੰਟਰੋਲ ਹੈ ਨਹੀਂ। ਉਹਦਾ ਆਪਾਂ ਨੂੰ ਪਤਾ ਹੀ ਆ ਵੀ ਕਿੰਨਾ ਕਿ ਇਹਨਾਂ ਦੀ ਇੰਟੈਂਟ ਕਿੰਨਾ ਗਾ ਨਾ ਢਾਉਣ ਦੇ ਵਿੱਚ। ਮਨਵੀਰ ਤੁਸੀਂ ਐਕਸਪਰਟ ਹੋ ਆਟੋਮੇਸ਼ਨ ਦੇ ਵਿੱਚ, ਮੈਨੂੰ ਇਹ ਦੱਸੋ ਵੀ ਹੁਣ ਹਰ ਘਰ 'ਚ ਆਟੋਮੇਸ਼ਨ ਹੋਣ ਲੱਗੀ। ਆਟੋਮੇਸ਼ਨ ਦੇ ਵਿੱਚ ਬਹੁਤ ਕੰਪੋਨੈਂਟਸ ਇਹੋ ਜਿਹੇ ਨੇ ਜਿਹਨੂੰ ਤੁਸੀਂ ਵਰਤਦੇ ਨਹੀਂ। ਮਸਲਨ ਸਪੀਕਰ ਨੇ ਘਰ ਦੇ ਵਿੱਚ, ਫੈਮਿਲੀ ਰੂਮ 'ਚ ਲਾ ਦੇ, ਲਿਵਿੰਗ ਰੂਮ 'ਚ ਲਾ ਦੇ, ਮੇਰੇ ਡੈਕ 'ਚ ਲਾ ਦੇ। ਉਹ ਅਕਸਰ ਚਲੋ ਮਹਿੰਗੇ ਤਾਂ ਹੈ ਨਹੀਂ ਪਰ ਉਹ ਯੂਜ਼ੇਬਲ ਨਹੀਂ ਹੈ। ਆਟੋਮੇਸ਼ਨ ਦੇ ਵਿੱਚ ਜੇ ਤੁਸੀਂ ਇੱਕ ਤਾਂ ਕਸਟਮ ਮੇਡ ਦੇ ਵਿੱਚ ਤੁਸੀਂ ਜਾਣਦੇ ਹੋ, ਜਿਹੜੇ ਹਰ ਚੀਜ਼ ਆਈਪੈਡ ਤੇ ਬੰਦਾ ਚਾਹੁੰਦਾ, ਉਹਦੇ ਉਹ ਚਾਹੁੰਦਾ ਮੇਰੇ ਜਿਹੜੇ ਨੇ ਬਲਾਈਂਡ ਵੀ ਆਨ ਆਫ ਹੋਣ, ਮੈਂ ਸਾਰਾ ਕੁਝ ਮੈਂ ਨਹੀਂ ਉੱਠਣਾ। ਪਰ ਬੇਸਿਕਲੀ ਆਟੋਮੇਸ਼ਨ ਦਾ ਜੇ ਤੁਸੀਂ ਇੱਕ ਪ੍ਰੋਫੈਸ਼ਨਲ ਹੋ ਘਰ ਦੇ ਵਿੱਚ, ਇੱਕ ਸਿਕਿਉਰਿਟੀ ਦੇ ਪੱਖ ਤੋਂ ਮੈਨੂੰ ਆਟੋਮੇਸ਼ਨ ਦੇ ਬਾਰੇ ਲੋਕਾਂ ਨੂੰ ਦੱਸ ਕੇ ਜਾਓ ਵੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਅੱਜ ਦੇ ਸਮੇਂ। ਪਹਿਲੀ ਗੱਲ ਤਾਂ ਜੀ ਤੁਹਾਡੇ ਕੋਲ ਪਹਿਲੀ ਗੱਲ ਤਾਂ ਇਹ ਲਾਇਬਿਲਿਟੀ ਜ਼ਰੂਰ ਹੈਗੀ ਆਟੋਮੇਸ਼ਨ ਤੇ। ਸਾਡਾ ਕੰਮ ਆ, ਸਾਨੂੰ ਕਹਿਣਾ ਤਾਂ ਚਾਹੀਦਾ ਨਹੀਂ ਕਿਉਂਕਿ ਹਰ ਚੀਜ਼ ਜਿਹੜੀ ਤੁਹਾਡੀ ਆਨਲਾਈਨ ਪੈ ਗਈ ਉਹ ਕਹਿੰਦੇ ਨੇ ਹੈਕੇਬਲ ਹੋਊਗੀ ਜੀ। ਹੋਗੀ ਜਿਹੜੀ ਮੇਨ ਚੀਜ਼ਾਂ ਆਟੋਮੇਸ਼ਨ ਚਾਹੀਦੀਆਂ ਨੇ ਮੇਰੇ ਹਿਸਾਬ ਨਾਲ। ਜੇ ਹੁਣ ਕਸਟਮ ਹੋਮ ਬਣਾਉਂਦਾ, ਮੇਰੇ ਹਿਸਾਬ ਨਾਲ ਜੇ ਬੰਦੇ ਦੇ ਹੁਣ ਐਂਟਰ ਹੁੰਦੇ ਹੀ 15 ਸੋਚਾਂ ਲੱਗੀਆਂ ਹੋਈਆਂ ਨੇ, ਉਹ ਤੁਹਾਡੇ ਘਰ ਦੀ ਪਹਿਲੀ ਲੁੱਕ ਵੜਦੀ ਸਾਰੇ ਖਤਮ ਕਰਤੀ ਉਹਨੇ। ਉੱਥੇ ਤੁਹਾਡੀਆਂ ਸਾਰੀਆਂ ਸੋਚਾਂ ਮਤਲਬ ਇੱਕ ਜੇ ਕੀਪੈਡ ਦੇ ਉੱਤੇ ਆ ਜਾਣ, ਉਹ ਤੁਹਾਡੀ ਇੱਕ ਤਾਂ ਕਲਟਰ ਕੰਧ ਦੇ ਉੱਤੋਂ ਕੱਢ ਦਿੰਦਾ, ਪਲੱਸ ਤੁਹਾਡੀ ਲੁੱਕ ਵਾਈਜ਼ ਥੋੜਾ ਜਿਹਾ ਹੁੰਦਾ। ਮੇਨ ਫਲੋਰ ਕਰ ਲਵੇ, ਪਰ ਜਿੱਥੇ ਤੁਹਾਡਾ ਪ੍ਰਾਈਵੇਟ ਪਲੇਸਿਸ ਨੇ ਮੇਰੇ ਹਿਸਾਬ ਨਾਲ ਉੱਥੇ ਕਰਵਾਉਣ ਦਾ ਬੈਨੀਫਿਟ ਹੈ ਨਹੀਂ ਕਿਉਂਕਿ ਉੱਥੇ ਕੁਝ ਬੰਦਾ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਦੇਖੀ ਕੋਈ ਬਜ਼ੁਰਗ ਵੀ ਹੁੰਦਾ ਜੀ, ਉਹਨੂੰ ਖਾ ਵੀ ਦਿੰਦੇ ਆ, ਕਿਤੇ ਆਲ ਆਫ ਵਾਲਾ ਬਟਨ ਦਬ ਕੇ ਰਾਤ ਨੂੰ ਬੰਦਾ ਪੜ੍ਹਦੇ ਹੁੰਦੇ ਦੀ ਸਾਰੀਆਂ ਲਾਈਟਾਂ ਬੰਦ ਕਰ ਸਕਦਾ ਤੇ ਜਿੱਥੇ ਤੱਕ ਓਪਨ ਏਰੀਆ ਕਰ ਸਕਦਾ। ਦੂਜੇ ਸਪੀਕਰ ਹੁਣ ਉਹ ਯੂਜ਼ੇਬਿਲਿਟੀ ਦੇ ਹਿਸਾਬ ਨਾਲ ਨਹੀਂ ਲੱਗਦੇ ਸਪੀਕਰ ਅੱਜ ਕੱਲ ਤਾਂ। ਹੁਣ ਬਸ ਵੀ ਟ੍ਰੈਂਡ ਆ ਜੀ, ਜੇ ਉਹਨੇ 8 ਪੇਅਰ ਲਾਏ ਨੇ ਤਾਂ ਅਸੀਂ 12 ਲਾਉਣੇ ਨੇ। ਇਹ ਚੀਜ਼ ਦੇ ਵਿੱਚ ਥੋੜਾ ਜਿਹਾ ਹੋ ਚੁੱਕੇ ਨੇ। ਅਸੀਂ ਕਈ ਵਾਰ ਬੰਦਿਆਂ ਨੂੰ ਕਈ ਓਵਰਸੇਲਿੰਗ ਤੋਂ ਰੋਕੀਦਾ ਵੀ ਹੈ, ਪਰ ਬੰਦੇ ਕਹਿੰਦੇ ਨਹੀਂ ਜੀ ਅਸੀਂ ਤਾਂ ਲਾਉਣੇ ਨੇ, ਉਹ ਫਲਾਣੇ ਬੰਦੇ ਨੇ ਲੈ ਸੀ। ਦੇਖਿਆ ਜਾਵੇ ਥੀਏਟਰ ਰੂਮ ਦਾ ਵੀ ਸਮਝਾਇਆ, ਥੀਏਟਰ ਰੂਮ ਦਾ ਵੀ ਬੜਾ ਚੱਲਦਾ ਕੰਮ। ਹਾਂਜੀ, ਥੀਏਟਰ ਰੂਮ ਦੇ ਮੈਂ ਕੀ ਕਰਦਾ ਸਾਨੂੰ ਜਾ ਕੇ ਵੀ ਅੰਦਰੋਂ ਪੇਟੀਆਂ ਵਾਲਾ ਕਮਰਾ ਨਹੀਂ ਹੁੰਦਾ, ਉਦਾਂ ਦਾ ਕਮਰਾ ਬਣਾਇਆ ਹੁੰਦਾ। ਬਸ ਉਹਦੇ ਚ ਹੁੰਦਾ ਵੀ ਇਕਵਿਪਮੈਂਟ ਪ੍ਰੋਪਰ ਲੱਗਿਆ ਹੋਇਆ, ਪਰ ਜੇ ਤੁਸੀਂ ਯੂਜ਼ ਨਹੀਂ ਕਰਨਾ ਨਾ ਲਵਾਓ। ਤੁਸੀਂ ਉਹਦੀ ਜਗ੍ਹਾ ਤੇ ਆਪਣੇ ਫੈਮਿਲੀ ਰੂਮ ਦੇ ਵਿੱਚ ਵਧੀਆ ਸਿਸਟਮ ਲਵਾਓ। ਜੇ ਤੁਸੀਂ ਰੋਜ਼ ਬੈਠਣਾ, ਉਹ ਥੀਏਟਰ ਰੂਮ ਚ ਲਵਾਉਣ ਦੀ ਲੋੜ ਹੈ ਨਹੀਂ ਮੇਰੇ ਹਿਸਾਬ ਨਾਲ। ਵੈਰੀ ਗੁੱਡ। ਸੋ ਇਹ ਹੈ ਨਾਲੇ, ਹਾਲਾਂਕਿ ਕੰਮ ਮਨਵੀਰ ਦਾ ਇਹ ਹੈ, ਪਰ ਫੇਰ ਵੀ ਬਹੁਤ ਸੱਚੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਨਹੀਂ ਜਾ ਹੁੰਦਾ। ਦੇਖੋ ਫੀਜ਼ੇਬਲ ਨਹੀਂ ਹੈ, ਪਰਿਵਾਰ ਦੇ ਕੋਲ ਸਮਾਂ ਨਹੀਂ ਹੈ ਯਾਰ। ਕਿਹਦੇ ਕੋਲ ਆ ਵੀ ਉੱਪਰੋਂ ਉੱਠ ਕੇ 4 ਜਣੇ ਜਾ ਕੇ ਥੀਏਟਰ ਰੂਮ 'ਚ ਫਿਲਮ ਦੇਖ ਰਹੇ? ਜੇ ਹੋਵੇ ਤਾਂ ਬਹੁਤ ਕਿਸਮਤ ਵਾਲਾ ਪਰਿਵਾਰ ਆ ਵੀ ਇਕੱਠਾ ਬੈਠਾ 2 ਘੰਟੇ, ਪਰ ਉਹਦੇ ਨਾਲ ਜਿੱਥੇ ਫੈਮਿਲੀ ਰੂਮ 'ਚ ਕਿਵੇਂ ਅਸੀਂ ਰੋਟੀ ਖਾਂਦੇ ਟੀਵੀ ਦੇਖਣਾ, ਉਹੋ ਹੀ ਸਿਸਟਮ ਉੱਥੇ ਵਧੀਆ ਲਵਾਇਆ। ਥੈਂਕ ਯੂ ਮਨਵੀਰ। ਥੈਂਕ ਯੂ ਜੀ। ਮਨਵੀਰ ਗਰੇਵਾਲ ਗੱਲਬਾਤ ਕਰ ਰਹੇ ਸੀ ਤੇ ਅਕਸਰ ਪ੍ਰੋਫੈਸ਼ਨਲਿਜ਼ਮ ਦੀ ਗੱਲ ਆਫ ਦੀ ਏਅਰ ਵੀ
ਮਨਵੀਰ ਭੇਜਦਾ ਰਹਿੰਦਾ ਵੀ ਦੇਖੋ 7 ਜਣੇ ਇੱਕ ਜਗ੍ਹਾ ਤੇ ਫਿਰਦੇ ਨੇ, ਹੱਥ ਪੈਰਾਂ ਦੇ ਵਿੱਚ ਵਾਇਰਾਂ ਜਿਹੜੀਆਂ ਲਿਬੜਦੀਆਂ ਫਿਰਦੀਆਂ ਨੇ। ਇਹ ਜਿਹੜਾ ਕੰਮ ਹੈ ਇਹ ਬਿਲਡਰ ਕਹਿਣਾ BUILDER ਲਿਖ ਲੈਣਾ ਤੇ ਇੰਸਪੈਕਸ਼ਨਾਂ ਬੁੱਕ ਕਰਾ ਕੇ ਤੇ ਕਾਗਜ਼ ਫੜ ਲੈਣਾ, ਉਹ ਬਿਲਡਿੰਗ ਨਹੀਂ ਹੈ। ਜੇ ਬਿਲਡਰ ਨੂੰ ਆਉਣ ਵਾਲੇ 2 ਮਹੀਨੇ 'ਚ ਪਤਾ ਨਹੀਂ ਵੀ ਮੇਰੇ ਘਰ ਤੇ ਕੀ ਹੋਣਾ ਤੇ ਕਿਹੜਾ ਮੈਂ ਲਾਈਨ ਅਪ ਕਰਨਾ, ਤੇ ਜਾਂ ਧੂਤਕੜਾ ਪਾ ਕੇ ਰੌਲਾ ਪਾ ਕੇ ਤੇ ਜਾਂ ਫਿਰ ਟ੍ਰੇਡਮੈਨਾਂ ਨੂੰ ਮਾਲਕ ਦੇ ਸਾਹਮਣੇ ਬੇਇੱਜ਼ਤੀ ਕਰਕੇ, ਉਹ ਬਿਲਡਰ ਨਹੀਂ ਹੈ। ਬਿਲਡਿੰਗ ਦਾ ਗੱਲ ਕੰਮ ਕਹਿਣਾ ਜੇ ਇਹਦੇ ਤੋਂ $5-7 ਸਕੁਅਰ ਫੁੱਟ ਦੇ ਲੈਣੇ ਨੇ, ਪੈਸਾ ਲੈਣਾ 25-30 ਹਜ਼ਾਰ, ਤੇ ਜਾਂ ਫਿਰ ਕਹਿਣਾ ਵੀ 2000 ਮੇਰਾ ਵੀ ਪਾ ਲਈ। ਇਹ ਧਰਮ ਬਹੁਤ ਉੱਚੇ ਨੇ ਇਹ, ਔਰ ਉਹ ਇਹੋ ਜਿਹੇ ਬੰਦੇ ਚਾਹੀਦੇ। ਤਾਂ ਹੀ ਕਈਆਂ ਕਦੇ ਕੋਲ 5-5-7 ਸਾਲ ਦੇ ਵੇਟਿੰਗ ਆ ਵੀ 5 ਸਾਲ ਨੂੰ ਘਰ ਬਣਾਉ ਨਾ, ਮੈਂ ਤੈਨੂੰ ਦੱਸੂਗਾ ਵੀ ਘਰ ਕਿਵੇਂ ਬਣਦਾ, ਕਿਵੇਂ ਕਿੱਥੋਂ ਤੇਰੀ ਮੈਂ ਬੱਚਤ ਕੀਤੀ, ਉਹਦੇ ਵਿੱਚੋਂ ਫਿਰ ਮੈਂ ਤੇਰੇ ਤੋਂ ਖਰਚਾ ਲਊ। ਔਰ ਇਹ ਧਰਮ ਦੀ ਗੱਲ ਹੈ। ਇੱਕ ਜੇ ਅਗਲੇ ਨੇ 5-7 ਲੱਖ ਰੁਪਈਆ ਤੁਹਾਨੂੰ ਦੇਣਾ ਹੈ, ਤੁਹਾਨੂੰ ਆਪਣੇ ਵੀਜ਼ੇ ਦਾ ਕਾਰਡ ਦੇਣਾ, ਉਹ ਕਿੱਡਾ ਮਾਣ। ਜੇ ਪਚਖਰੇ ਉਡਾਉਣੇ ਨੇ, ਉਹ ਪਚਖਰਿਆਂ ਨਾਲ ਕੱਖ ਨਹੀਂ ਬਣਨਾ। ਜਿੰਨਾ ਮਰਜ਼ੀ ਪਚਖਰੇ ਉਡਾ ਲਓ, ਉਹੀ ਸੇਫਟੀ ਸ਼ੂ ਰਹਿ ਜਾਣੇ ਨੇ, ਉਹੀ ਉੱਪਰ ਜੈਕਟ ਰਹਿ ਜਾਣੀ ਹੈ ਜਿਹੜੀ ਕਿਸੇ ਸਟੋਰ ਤੋਂ ਲਈ ਹੈ, ਤੇ ਉਹੀ ਕੰਮ ਰਹਿ ਜਾਣਾ ਬਸ। ਕਿਉਂਕਿ ਜਿਹੜੀ ਬਦੀ ਆ ਉਹ ਕਦੇ ਨਹੀਂ ਫਰਤੋ। ਇਹ ਸੀ ਅੱਜ ਦਾ ਪ੍ਰੋਗਰਾਮ। ਇੱਕ ਵਿਸ਼ਾ ਜਿਹੜਾ ਭਾਈਚਾਰੇ ਨੂੰ ਬੜਾ ਤੰਗ ਕਰ ਰਿਹਾ, ਫੋਟੋਆਂ ਵੀ ਛਾਪੀਆਂ ਅੱਜ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ, 2 ਧਾਲੀਵਾਲ ਨੇ, 2 ਦਿਓ ਨੇ ਲਾਸਟ ਨੇ, ਤੇ ਇਹਨਾਂ ਲੋਕ ਚਿੰਤਾ ਦੇ ਵਿੱਚ ਨੇ। ਲੋਕ ਜਿੱਥੇ ਬੈਠਦੇ ਨੇ ਇਹ ਗੱਲ ਕਰਦੇ ਨੇ, ਪਰ ਜੇ ਇਸ ਤਰ੍ਹਾਂ ਸੋਚ ਕੇ ਇੱਕ ਰਾਏ ਬਣਾਓ, ਰਾਏ ਦੇ ਲਈ ਜਿਹੜੇ ਤੁਹਾਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੂੰ ਪੁੱਛ ਕਰੋ ਕਿ ਇਸ ਦੇ ਬਾਰੇ ਉਹ ਆਟੋਵਾ ਜਾਂ ਵਿਕਟੋਰੀਆ 'ਚ ਗੱਲ ਤੋਰਨ ਕਿ ਕੀ, ਜਾ ਕੇ ਦੱਸ ਦੇਣ ਵੀ ਅਸੀਂ ਕੀ ਕਰ ਰਹੇ ਹਾਂ। ਪੁਲਿਸ ਜੀ ਲੁਕੋ ਕੇ ਜੀ ਹਲੇ ਦੱਸ ਨਹੀਂ ਸਕਦੇ ਅਸੀਂ ਕੀ ਨਹੀਂ। ਇਹ ਨਹੀਂ ਗੱਲ ਹੈ ਪੁਲਿਸ ਕੰਮ ਨਹੀਂ ਕਰਦੀ ਹੈ, ਪਰ ਜਿੱਥੋਂ ਉਹਨਾਂ ਦੀ ਕਮੀ ਹੈ, ਜਿੱਥੋਂ ਘਾਟ ਹੈ, ਉਹ ਘਾਟ ਲੋਕਾਂ ਕੋਲ ਦੱਸਣ ਨਾ ਵੀ ਇੱਥੇ ਜੇ ਸਾਡੇ ਕੋਲ ਪੈਸਾ ਹੁੰਦਾ ਅਸੀਂ ਆਹ ਕਰ ਸਕਦੇ ਸੀ, ਇੱਥੇ ਪੁਲਿਸ ਅਫੀਸਰ ਹੁੰਦਾ ਆਹ ਕਰਦੇ। ਜਦੋਂ ਕਲੀਅਰ ਪਿਕਚਰ ਨਹੀਂ ਆ ਰਹੀ, ਲੋਕ ਦੁਖੀ ਹੋ ਰਹੇ। ਪਰ ਫਿਰ ਵੀ ਆਪਣੇ ਧੀ ਪੁੱਤ ਜਿਹੜੇ ਜਵਾਨ ਨੇ ਥੋੜੇ 18-20 ਸਾਲ ਦੇ, ਉਹਨਾਂ ਨਾਲ ਬੈਠ ਕੇ ਰੋਟੀ ਦੇ ਖਾਣੇ ਤੇ ਕਿਤੇ ਵੀ ਬੈਠ ਕੇ ਪਿਤਾ ਨੂੰ ਜ਼ਰੂਰ ਰੋਲ ਲੈਣਾ ਚਾਹੀਦਾ। ਪਿਤਾ ਆਪਣੇ ਪੁੱਤਾਂ ਦੇ ਨਾਲ, ਧੀ ਦੇ ਨਾਲ ਜ਼ਰੂਰ ਗੱਲਬਾਤ ਖੁੱਲ੍ਹ ਕੇ ਕਰੇ ਵੀ ਠੀਕ ਆ ਸਭ ਕੁਛ, ਐਵਰੀਥਿੰਗ ਆਲ ਰਾਈਟ, ਕੋਈ ਇਸ਼ੂ ਤਾਂ ਨਹੀਂ। ਇਸ਼ੂ ਆ ਤਾਂ ਦੱਸ। ਕੱਲ੍ਹ ਨੂੰ ਮੁੜਦੇ ਜੀ ਫੇਰ ਦੁਬਾਰਾ ਮੁਹੰਮਦ ਸਦੀਕ ਅਖੀਰ 'ਚ। ਰੱਬ ਰੱਖਾ।